तपते हृदय भी ठंडे ठार हो गए। रहा पाया सी कौटे जहे राक्षानु ते सज्जन ठाकुर के भी सेवादार हो गए। सज्जन ठाकुर के भी सेवादार हो गए। बढ़िया सुनिया जिन्ना दलेर बन के प्रगट विचियो सारे संसार हो गए। मोल बंदिया कातों कौटियां दे पा जाना हारी जे हाथ विचों पौड़ी छुट गई फिर आऊं ना दोबारा वारी। ए जिंदगी आ मोल बंदिया लोभी बनया माया मोहे आते होया हंकारी। ए जिंदगी आ मोल बंदिया जन्म मनुखा मिलिया जन्म मनुखा मिलिया जन्म मनुखा मिलिया नाम जप ले कर ले बंदगी सिमरन सते नाम दा सिमरन सतनाम दा तेरे अंदरों मिटा
ਹੋ ਗਿਆ। ਹਾਂ ਮਨ ਜਦੋਂ ਸਾਫ ਹੋ ਗਿਆ ਫਿਰ ਚੜ ਜਾਊ ਨਾਮ ਤੁਮਾਰੀ ਇਹ ਜ਼ਿੰਦਗੀ ਅਮੋਲ ਬੰਦਿਆ। ਹਾਂ ਕੋਈ ਨਹੀਂ ਉਹ ਧੀਰ ਬੰਨਦਾ ਝਾੜਾ ਸਾਰਿਆਂ ਨੇ ਆਈ ਜਦੋਂ ਵਾਰੀ ਇਹ ਜ਼ਿੰਦਗੀ ਅਮੋਲ ਬੰਦਿਆ। ਕਾਥੋਂ ਕੌਡੀਆਂ ਦੇ ਪਾ ਜਾਣਾ ਹਾਰੀ ਜੇ ਹੱਥ ਵਿੱਚੋਂ ਪੌੜੀ ਛੁੱਟ ਗਈ ਫੇਰ ਆਉ ਨਾ ਦੁਬਾਰਾ ਵਾਰੀ ਇਹ ਜ਼ਿੰਦਗੀ ਅਮੋਲ ਬੰਦਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੁਭਾਈਮਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਾਜਨਵਾਜੀ ਖਾਲਸਾ ਸਾਧ ਸੰਗਤ ਜੀ ਫਤਿਹ ਬੁਲਾਓ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਹੋਈ ਨਗਰ ਕੀਰਤਨ ਦੇ ਵਿੱਚ ਸਾਰਾ ਦਿਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਹਾਜ਼ਰੀ ਲਵਾਈ। ਹੁਣ ਰਾਤਰੀ ਦੇ ਸਜੇ ਹੋਏ ਦੀਵਾਨਾਂ ਵਿੱਚ ਵੀ ਆਪ ਜੀ ਬਹੁਤ ਚੜ੍ਹਦੀ ਕਲਾ ਦੇ ਨਾਲ ਹਾਜ਼ਰੀ ਲਵਾ ਰਹੇ। ਮੈਂ ਆਪ ਸਮੂਹ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ। ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹੋ। ਆਪ ਸਮੂਹ ਗੁਰੂ ਕੀਆਂ ਸੰਗਤਾਂ ਨੂੰ ਅਸੀਂ ਬੇਅੰਤ ਵਧਾਈਆਂ ਦਿੰਦੇ ਹਾਂ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਆਪ ਸਮੂਹ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਸਾਡੇ ਤੋਂ ਪਹਿਲਾਂ ਤੁਰਕੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਉਪਰੰਤ ਭਾਈ ਸਾਹਿਬ ਜੀ ਹੋਣਾ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪ ਜੀ ਨੂੰ ਜੋੜਨ ਦਾ ਯਤਨ ਕੀਤਾ। ਮੈਂ ਸਤਿਗੁਰੂ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ। ਸਮਾਂ ਆਪ ਜੀ ਨੇ ਸਰਵਣ ਕੀਤਾ ਜਿਹਦੇ ਵਿੱਚ ਕੁਝ ਮਿੰਟ ਕੁਝ ਸਮਾਂ ਜਿਹੜਾ ਬਤੀਤ ਹੋ ਚੁੱਕਾ ਹੈ ਔਰ ਰਹਿੰਦਾ ਹੋਇਆ ਸਮਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਸ ਕਰਨਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਜੀਵਨ ਵਿੱਚੋਂ ਕੁਝ ਨਵਾਂਪਣ ਤੁਹਾਡੀ ਸੇਵਾ ਵਿੱਚ ਕਹਿਣ ਦਾ ਯਤਨ ਕਰਾਂਗੇ। ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ ਸੋਹਣੇ ਤਰੀਕੇ ਦੇ ਨਾਲ ਆਪ ਸੰਗਤਾਂ ਦੇ ਜੋੜੇ ਝਾੜ ਕੇ ਅਸੀਂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕੀਏ। ਸੋ ਸਾਰੀ ਸੰਗਤ ਮਨ ਬਿਰਤੀ ਇਕਾਗਰ ਕਰੋ, ਮਹਾਰਾਜ ਦੇ ਚਰਨਾਂ ਵਿੱਚੋਂ ਸਰਬੱਤ ਦਾ ਭਲਾ ਮੰਗੋ। ਫਿਰ ਨਾਲ ਹੀ ਪ੍ਰਸੰਗ ਜਿਹੜਾ ਤੁਹਾਡੀ ਸੇਵਾ ਵਿੱਚ ਆਰੰਭ ਕਰ ਦੇਣਾ ਹੈ। ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੀਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਕਾਗਰਤਾ ਬਣਾ ਕੇ ਬੈਠਿਓ। ਤੁਸੀਂ ਜਿੰਨੇ ਪਿਆਰ ਦੇ ਨਾਲ, ਜਿੰਨਾ ਧਿਆਨ ਦੇ ਕੇ, ਜਿੰਨੀ ਇਕਾਗਰਤਾ ਬਣਾ ਕੇ ਇਸ ਇਤਿਹਾਸ ਨੂੰ ਸੁਣੋਗੇ ਤੁਹਾਡਾ ਪਿਆਰ ਗੁਰੂ ਦੇ ਪ੍ਰਤੀ ਵਧੇਗਾ। ਤੁਹਾਡੀਆਂ ਸ਼ਰਧਾ ਦੀਆਂ ਜੜ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਤੇ ਹੋਰ ਪੱਕੀਆਂ ਹੋ ਜਾਣਗੀਆਂ। ਸੋ ਸਾਰੀ ਸੰਗਤ ਮਹਾਰਾਜ ਦੇ ਚਰਨਾਂ ਵਿੱਚੋਂ ਸਰਬੱਤ ਦਾ ਭਲਾ ਮੰਗੋ। ਫਿਰ ਨਾਲ ਹੀ ਮਜਬੂਨ ਜਿਹੜਾ ਤੁਹਾਡੀ ਸੇਵਾ ਵਿੱਚ ਆਰੰਭ ਕਰ ਦਾਂਗਾ। ਕਰੋ ਕਿਰਪਾ ਕੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸਾਮ ਦੀ ਧਰਤੀ ਏ, ਅਸਾਮ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਪਿਆਰ ਕਰਨ ਵਾਲਾ ਇੱਕ ਪਰਿਵਾਰ ਰਹਿੰਦਾ। ਉਸ ਪਰਿਵਾਰ ਦੇ 3 ਮੈਂਬਰ ਆ। ਨਾਮ ਨੋਟ ਕਰਿਓ। ਇੱਕ ਹੈ ਜਗਤਾ, ਇੱਕ ਹੈ ਜਗਤੇ ਦੀ ਘਰਵਾਲੀ ਤੇ ਇੱਕ ਹੈ ਜਗਤੇ ਦਾ ਛੋਟਾ ਜਿਹਾ ਬੱਚਾ, ਉਹਦਾ ਨਾਮ ਹੈ ਲਾਲਾ। ਇਹਨਾਂ ਦੇ ਘਰ ਵਿੱਚ ਅੰਤਾਂ ਦੀ ਗਰੀਬੀ ਹੈ। ਕਈ ਦਿਨ ਹੋ ਗਏ ਜਗਤੇ ਦੇ ਪਰਿਵਾਰ ਨੇ ਪ੍ਰਸ਼ਾਦਾ ਨਹੀਂ ਛਕਿਆ ਹੋਇਆ। ਜਗਤੇ ਦਾ ਸਾਰਾ ਪਰਿਵਾਰ ਭੁੱਖ ਦੇ ਨਾਲ ਤੜਫ ਰਿਹਾ। ਕੋਈ ਸਮਾਂ ਸੀ ਇਹਨਾਂ ਦੇ ਪਰਿਵਾਰ ਤੇ ਬਹੁਤ ਅਮੀਰੀ ਸੀ। ਜਗਤੇ ਦੇ ਬੇੜੇ ਚੱਲਦੇ ਹੁੰਦੇ ਸੀ। ਬੇੜੇ ਇਹ 2 ਜਾਣੇ ਸੀ ਜਿਨ੍ਹਾਂ ਨੇ ਰਲ ਕੇ ਬੇੜੇ ਪਾਏ ਸੀ।
ਸਮਾਂ ਐਸਾ ਆ ਜਿਹੜਾ ਜਗਤੇ ਦਾ ਸਾਥੀ ਸੀ ਨਾ, ਜਿਹਨੇ ਜਗਤੇ ਦੇ ਨਾਲ ਰਲ ਕੇ ਬੇੜੇ ਪਾਏ ਸੀ, ਉਹ ਇੱਕ ਦਿਨ ਜਗਤੇ ਨੂੰ ਇਕੱਲਿਆਂ ਛੱਡ ਕੇ ਚਲਾ ਗਿਆ। ਮੁਸੀਬਤਾਂ ਦਾ ਐਸਾ ਪਹਾੜ ਜਗਤੇ ਦੇ ਉੱਤੇ ਆ ਕੇ ਟੁੱਟਾ ਪਈ, ਇਹਨੂੰ ਬੇੜੇ ਵੇਚਣੇ ਪੈ ਗਏ। ਜਦੋਂ ਬੇੜੇ ਵੇਚ ਦਿੱਤੇ, ਕਰਜ਼ਾ ਸੀ ਜਿਹੜਾ ਇਹਦੇ ਸਿਰ ਤੇ ਚੜ ਗਿਆ, ਤੇ ਹੁਣ ਅੰਤਾਂ ਦੀ ਗਰੀਬੀ ਆ ਜਿਹੜੀ ਇਹਦੇ ਘਰ ਵਿੱਚ ਆ। ਕਈ ਦਿਨ ਹੋ ਗਏ ਜਗਤੇ ਦੇ ਸਾਰੇ ਪਰਿਵਾਰ ਨੇ ਪ੍ਰਸ਼ਾਦਾ ਨਹੀਂ ਛਕਿਆ ਹੋਇਆ, ਸਾਰਾ ਪਰਿਵਾਰ ਭੁੱਖ ਦੇ ਨਾਲ ਤੜਫ ਰਿਹਾ। ਸਨਮਾਨਯੋਗ ਸਾਧ ਸੰਗਤ ਜੀ, ਭਾਈ ਜਗਤੇ ਦਾ ਇੱਕ ਮਿੱਤਰ ਹੋਇਆ ਮਲਸੀਆਂ ਪਿੰਡ ਦੇ ਰਹਿਣ ਵਾਲਾ ਨੰਬਰਦਾਰ ਭਾਈ ਭਗੀਰਥ, ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਚਾਰਕ ਸੀ। ਭਗੀਰਥ ਨੇ ਕਿਸੇ ਸਮੇਂ ਆਖਿਆ ਸੀ, ਜਗਤਿਆ ਤੇਰੇ ਉੱਤੇ ਕਿਤੇ ਮੁਸੀਬਤ ਆਣ ਬਣੇ, ਡੋਲੀ ਨਾ, ਘਾਬਰੀ ਨਾ। ਗੁਰੂ ਨਾਨਕ ਸਾਹਿਬ ਗਰੀਬਾਂ ਦਾ ਯਾਰ ਬਣ ਕੇ ਆਇਆ ਹੈ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰੀਂ, ਗੁਰੂ ਨਾਨਕ ਸਾਹਿਬ ਤੇਰੀ ਮਦਦ ਕਰਨ ਵਾਸਤੇ ਹਾਜ਼ਰ ਹੋ ਜਾਣਗੇ। ਅੱਜ ਵਿਹੜੇ ਵਿੱਚ ਬੈਠਾ ਹੋਇਆ ਜਗਤਾ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰ ਰਿਹਾ। ਜਗਤੇ ਦੇ ਲਾਗੇ ਉਹਦੀ ਘਰ ਵਾਲੀ ਬੈਠੀ ਹੋਈ ਏ, ਉਹ ਵੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰ ਰਹੀ ਹੈ। ਜਾਂ ਇੰਨੇ ਚਿਰ ਨੂੰ ਬਾਹਰੋਂ ਜਗਤੇ ਦਾ ਛੋਟਾ ਜਿਹਾ ਬੱਚਾ ਲਾਲਾ ਹਾਣੀਆਂ ਦੇ ਨਾਲ ਖੇਡਦਾ ਹੋਇਆ ਘਰ ਵਿੱਚ ਆਇਆ, ਤੇ ਛੋਟਾ ਜਿਹਾ ਬੱਚਾ ਲਾਲਾ ਆ ਕੇ ਨਾ ਆਪਣੀ ਮਾਂ ਦੀ ਗੋਦ ਵਿੱਚ ਬੈਠ ਗਿਆ, ਤੇ ਲਾਲਾ ਆਪਣੀ ਮਾਂ ਨੂੰ ਬਾਹ ਤੋਂ ਫੜ ਕੇ ਹਲੂਣਾ ਦੇ ਕੇ ਆਵਾਜ਼ ਦੇ ਕੇ ਕਹਿਣ ਲੱਗਾ, ਮਾਂ ਤੂੰ ਇੱਥੇ ਚੌਂਕੜਾ ਮਾਰ ਕੇ ਬੈਠੀ ਹੋਈ ਹੈ, ਤੇਰਾ ਪੁੱਤ ਭੁੱਖ ਦੇ ਨਾਲ ਤੜਫ ਰਿਹਾ। ਮਾਂ ਕਿਸੇ ਦੇ ਘਰ ਜਾ, ਮੈਨੂੰ ਰੋਟੀ ਮੰਗ ਕੇ ਲਿਆ ਕੇ ਦੇ, ਮੈਂ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂ, ਆਪਣੀ ਭੁੱਖ ਦੂਰ ਕਰ ਲਵਾਂ। ਮਾਂ ਕਈ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਰੋਟੀ ਨਹੀਂ ਖਾਧੀ ਹੋਈ, ਤੇ ਭੁੱਖ ਦੇ ਨਾਲ ਮੇਰੀ ਜਾਨ ਨਿਕਲ ਰਹੀ ਹੈ, ਭੁੱਖ ਦੇ ਨਾਲ ਮੈਂ ਤੜਫ ਰਿਹਾ ਹਾਂ। ਜਾ ਮਾਂ ਕਿਸੇ ਦੇ ਘਰ ਜਾ, ਰੋਟੀ ਮੰਗ ਕੇ ਲਿਆ ਕੇ ਦੇ, ਮੈਂ ਰੋਟੀ ਖਾ ਕੇ ਗੁਜ਼ਾਰਾ ਕਰਾਂ, ਆਪਣੀ ਭੁੱਖ ਦੂਰ ਕਰ ਲਵਾਂ। ਤੇ ਮਾਂ ਆਪਣੀ ਛਾਤੀ ਤੋਂ ਪੱਲੂ ਚੁੱਕ ਕੇ ਕਹਿਣ ਲੱਗੀ, ਪੁੱਤ ਆ ਤੂੰ ਅੱਜ ਮੇਰੀ ਛਾਤੀ ਤੋਂ ਸੀਰ ਚੁੰਗ ਲਾ। ਤੇ ਲਾਲਾ ਕਹਿਣ ਲੱਗਾ, ਮਾਂ ਕੋਈ ਸਮਾਂ ਹੋ ਗਿਆ ਤੇਰੀ ਛਾਤੀ ਦਾ ਸੀਰ ਚੁੰਗਣਾ ਛੱਡ ਦਿੱਤਾ ਹੈ, ਮੈਨੂੰ ਰੋਟੀ ਦੀ ਭੁੱਖ ਲੱਗੀ ਹੈ, ਰੋਟੀ ਲਿਆ ਕੇ ਦੋ। ਨਾਲੇ ਮਾਂ ਮੈਂ ਕਈ ਦਿਨ ਹੋ ਗਏ ਵੇਖ ਰਿਹਾ ਤੁਸੀਂ ਦੋਵੇਂ ਜਾਣੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠ ਜਾਂਦੇ ਹੋ, ਕਿਹਨੂੰ ਯਾਦ ਕਰਦੇ ਰਹਿੰਦੇ ਹੋ? ਮਾਂ ਕਹਿਣ ਲੱਗੀ, ਪੁੱਤ ਗੁਰੂ ਨਾਨਕ ਨੂੰ ਯਾਦ ਕਰਦੇ। ਲਾਲਾ ਕਹਿੰਦਾ, ਮਾਂ ਗੁਰੂ ਨਾਨਕ ਕੌਣ ਆ? ਮਾਂ ਕਹਿਣ ਲੱਗੀ, ਪੁੱਤ ਭੁੱਖਿਆਂ ਨੂੰ ਰੋਟੀ ਦੇਣ ਵਾਲਾ ਹੈ, ਭੁੱਖਿਆਂ ਨੂੰ ਰਜਾਉਣ ਵਾਲਾ ਹੈ। ਲਾਲਾ ਕਹਿਣ ਲੱਗਾ, ਮਾਂ ਜੇ ਗੁਰੂ ਨਾਨਕ ਭੁੱਖਿਆਂ ਨੂੰ ਰੋਟੀ ਦੇਣ ਵਾਲਾ ਹੈ, ਭੁੱਖਿਆਂ ਨੂੰ ਰਜਾਉਣ ਵਾਲਾ ਹੈ, ਤੇ ਮੈਂ ਛੋਟਾ ਜਿਹਾ ਬੱਚਾ ਹਾਂ, ਭੁੱਖ ਮੇਰੇ ਕੋਲੋਂ ਸਹਾਰੀ ਨਹੀਂ ਜਾ ਰਹੀ, ਤੜਫ ਰਿਹਾ, ਜਾਨ ਨਿਕਲ ਰਹੀ ਹੈ ਭੁੱਖ ਦੇ ਨਾਲ ਮੇਰੀ, ਕਿ ਮੈਂ ਗੁਰੂ ਨਾਨਕ ਨੂੰ ਯਾਦ ਕਰਾਂ, ਗੁਰੂ ਨਾਨਕ ਮੈਨੂੰ ਰੋਟੀ ਦੇਗਾ? ਮਾਂ ਕਹਿਣ ਲੱਗੀ, ਪੁੱਤ ਕਿਉਂ ਨਹੀਂ? ਜਿਹੜਾ ਅੰਦਰੋਂ ਦਿਲੋਂ ਗੁਰੂ ਨਾਨਕ ਨੂੰ ਆਵਾਜ਼ ਮਾਰਦਾ, ਗੁਰੂ ਨਾਨਕ ਸਾਹਿਬ ਨੂੰ ਰੋਟੀ ਦੇਣ ਵਾਸਤੇ ਆਉਂਦੇ। ਛੋਟਾ ਜਿਹਾ ਬੱਚਾ ਲਾਲਾ ਮਾਂ ਦੇ ਆਖੇ ਲਾ ਕੇ ਵਿਹੜੇ ਵਿੱਚ ਚੌਂਕੜਾ ਮਾਰ ਕੇ ਬੈਠ ਗਿਆ, ਅੱਖਾਂ ਬੰਦ ਕਰ ਲਈਆਂ, ਦੋਵੇਂ ਹੱਥ ਜੋੜੇ ਤੇ ਮਹਾਰਾਜ ਨੂੰ ਆਵਾਜ਼ਾਂ ਮਾਰਦਾ, ਕਹਿਣ ਲੱਗਾ, ਸਤਿਗੁਰੂ ਮੇਰੀ ਮਾਂ ਕਹਿੰਦੀ ਤੂੰ ਭੁੱਖਿਆਂ ਨੂੰ ਰੋਟੀ ਦੇਣ ਵਾਲਾ ਹੈ, ਮੇਰੀ ਮਾਂ ਕਹਿੰਦੀ ਤੂੰ ਭੁੱਖਿਆਂ ਨੂੰ ਰਜਾਉਣ ਵਾਲਾ ਹੈ। ਮਹਾਰਾਜ ਜੇ ਤੂੰ ਭੁੱਖਿਆਂ ਨੂੰ ਰੋਟੀ ਦੇਣ ਵਾਲਾ ਹੈ, ਭੁੱਖਿਆਂ ਨੂੰ ਰਜਾਉਣ ਵਾਲਾ ਹੈ, ਤੇ ਮੈਂ ਛੋਟਾ ਜਿਹਾ ਬੱਚਾ ਕਈ ਦਿਨ ਹੋ ਗਏ ਰੋਟੀ ਨਹੀਂ ਖਾਦੀ, ਭੁੱਖ ਦੇ ਨਾਲ ਤੜਫ ਰਿਹਾ, ਮੇਰੀ ਜਾਨ ਨਿਕਲ ਰਹੀ ਹੈ, ਕਿਰਪਾ ਕਰ ਜੇ ਤੂੰ ਭੁੱਖਿਆਂ ਨੂੰ ਰੋਟੀ ਦੇਣ ਵਾਲਾ, ਮੈਨੂੰ ਵੀ ਰੋਟੀ ਦੇ ਕੇ ਜਾ, ਮੈਂ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂ, ਆਪਣੀ ਭੁੱਖ ਦੂਰ ਕਰ ਲਵਾਂ। विद्वान कहता खुदा करता है मंजूर दुआ जब दिल से होती है, मुश्किल तो जहिए जे बहुत मुश्किल से होती है। अंदरों याद किया दिल दियां तारां खड़कियां, महाराज एमनाबाद बैठे हुए। महाराज आवाज दे के कहन लगे, मरदानिया चल साम दी धरती ते चलिए, कोई सानू साडा प्यारा याद करे। मुकदी गल सतगुरु गुरु नानक साहब पातशाह महाराज भाई मरदाना जी नाल लैके असाम पहुंच जाते। शहर के बाहरले पासे महाराज का दरबार लगा होया। संगतां नूं पता लगा, संगतां दर्शन दीदारे कर लगियां। जगते नूं पता लगा कि मेरे गरीब दा बेड़ा बन्ने लाउण वास्ते महाराज आए, ते जगता भी अपने परिवार नाल लैके हाजिर हो गया। सारे परिवार ने मत्था टेकिया, नमस्कार करके सारा परिवार सतगुरां दे लागे सज गया। सारा दिन दीवान चलता रहा, कथा कीर्तन हुंदा रहा, ते महाराज उठ के बाहर जान लगे, ते जगता अगे होके खलो गया, हथ जोड़ के कहन लगा, महाराज मैं सुनिया तुसी गरीबां दे नाल बड़ा प्यार करदे हो। महाराज मैं सुनिया तुसी गरीबां दे यार बन के आए हो। सतगुरु जे तुसी गरीबां दे नाल प्यार करदे हो, गरीबां दे यार बन के धरती दे तख्ते ते आए हो, ते मेहर करियो, कृपा करियो, कल दा प्रशादा मेरे गरीब दे घर विचों आके छकियो। शरदा वेखो कैसी, साडे को लाखां रुपया, साडे घरां विच अमीरी भी बहुत, पर इन्नी अमीरी होने दे बावजूद असीं कदे गुरु नानक नूं आवाज नहीं मारी। जगते दे घर विच अंतां दी गरीबी दे फिर भी कहंदा, महाराज कल नूं साडे घर विच चरण पायो, कल दा प्रशादा साडे घर विचों आके छकियो। मारे कहन लगे, ठीक है जगत्या, कल दा प्रशादा तेरे घर विचों आके छकांगे। सदा दे के जगता घर आ गया। जदों घरे आए ते घर वाली आवाज दे के कहन लगी, स्वामी जी बहुत वड्डी गलती कर दित्ती तुसीं महाराज नूं सदा दे के।
ਤੁਹਾਨੂੰ ਤੇ ਆਪ ਪਤਾ ਹੈ ਕਿ ਆਪਾਂ ਤੇ ਆਪ ਕਈ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਸਾਰਾ ਪਰਿਵਾਰ ਭੁੱਖ ਦੇ ਨਾਲ ਤੜਫ ਰਿਹਾ ਹੈ। ਆਪਣਾ ਨਿੱਕਾ ਜਿਹਾ ਬੱਚਾ ਲਾਲਾ ਰੋਟੀ ਕਰ ਰਿਹਾ, ਛੋਟੇ ਜਿਹੇ ਬੱਚੇ ਲਾਲੇ ਨੂੰ ਰੋਟੀ ਨਹੀਂ ਦੇ ਪਾਏ। ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦਾ ਕਿੱਥੋਂ ਛਕਾਵਾਂਗੇ? ਘਰ ਵਿੱਚ ਕੋਈ ਪੈਸਾ ਨਹੀਂ, ਕੋਈ ਰਸਤ ਨਹੀਂ ਹੈ, ਇੱਕ ਦਾਣਾ ਵੀ ਅਨਾਜ ਦਾ ਘਰ ਵਿੱਚ ਨਹੀਂ ਹੈ ਕਿ ਤਿਆਰ ਕਰਕੇ ਮਹਾਰਾਜ ਨੂੰ ਛਕਾ ਕੇ ਮਹਾਰਾਜ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰ ਲਈਏ। ਤੁਸੀਂ ਨਹੀਂ ਸੀ ਸੱਦਾ ਦੇਣਾ, ਨਾਲੇ ਮਹਾਰਾਜ ਕਿਹੜਾ ਇਕੱਲੇ ਆਉਣਗੇ, ਉਹਨਾਂ ਦੇ ਨਾਲ ਸੰਗਤ ਵੀ ਬਹੁਤ ਆਵੇਗੀ। ਇੰਨੀ ਸੰਗਤ ਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਕਿੱਥੋਂ ਛਕਾਵਾਂਗੇ? ਨਹੀਂ ਸੀ ਸੱਦਾ ਦੇਣਾ, ਤੁਸੀਂ ਗਲਤੀ ਕਰ ਲਈ, ਕੱਲ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ। ਜਗਤਾ ਆਵਾਜ਼ ਦੇ ਕੇ ਕਹਿਣ ਲੱਗਾ, ਭਾਗਵਾਨ ਨੇ ਫਿਕਰ ਨਾ ਕਰ, ਜਿਸਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਹ ਮੇਰਾ ਕਾਰਜ ਨਹੀਂ, ਸਤਿਗੁਰੂ ਦਾ ਕਾਰਜ ਹੈ ਤੇ ਮੈਨੂੰ ਗੁਰੂ ਨਾਨਕ ਸਾਹਿਬ ਤੇ ਇੰਨਾ ਕੁ ਭਰੋਸਾ ਹੈ ਕਿ ਮਹਾਰਾਜ ਨੇ ਆਪਣਾ ਕਾਰਜ ਆਪ ਹੀ ਕਰਵਾ ਲੈਣਾ। ਮੁੱਕ ਦੀ ਗੱਲ ਰਾਤ ਪਈ, ਅਗਲੇ ਦਿਨ ਦਾ ਚੜਾ ਹੋਇਆ। ਜਗਤਾ ਉੱਠਿਆ, ਇਹਨੂੰ ਉੱਠ ਕੇ ਤੇ ਧਰਤੀ ਦੀ ਹਿੱਕ ਤੇ ਵੱਡਾ ਸਾਰਾ ਕੱਪੜਾ ਵਿਛਾਇਆ। ਉਸ ਕੱਪੜੇ ਵਿੱਚ ਜਗਤੇ ਨੇ ਕੁਝ ਆਪਣੇ ਕੱਪੜੇ ਬੰਨੇ, ਕੁਝ ਘਰ ਵਾਲੀ ਦੇ ਕੱਪੜੇ ਬੰਨ ਲਏ, ਕੋਈ ਛੋਟੇ ਜਿਹੇ ਬੱਚੇ ਲਾਲੇ ਦੇ ਕੱਪੜੇ ਬੰਨ ਲਏ। ਜਿਹੜੇ ਘਰ ਵਿੱਚ ਭਾਂਡੇ ਸੀ ਨਾ, ਕੁਝ ਭਾਂਡੇ ਵੀ ਪੰਡ ਵਿੱਚ ਬੰਨ ਲਏ, ਪੰਡ ਬੰਨੀ ਸਿਰ ਤੇ ਰੱਖੀ, ਬਾਜ਼ਾਰ ਵਿੱਚ ਗਿਆ, ਕੱਪੜੇ ਵੇਚੇ, ਭਾਂਡੇ ਵੇਚੇ, ਕੁਝ ਪੈਸੇ ਵਟੇ। ਉਹ ਪੈਸੇ ਲੈ ਕੇ ਦੁਕਾਨ ਤੇ ਚਲਾ ਗਿਆ, ਲੰਗਰ ਦੀ ਸਾਰੀ ਰਸਤ ਲੈ ਲਈ, ਰਸਤ ਲੈ ਕੇ ਘਰ ਵਿੱਚ ਆਇਆ, ਘਰ ਵਾਲੀ ਨੂੰ ਰਸਤ ਫੜਾ ਕੇ ਆਪ ਬਾਹਰ ਕਰੋ ਕਿਸੇ ਕੰਮ ਵਾਸਤੇ ਚਲਾ ਜਾਂਦਾ। ਹੁਣ ਜਗਤੇ ਦੀ ਘਰ ਵਾਲ ਨੂੰ ਚਾਹ ਚੜਿਆ ਪਿਆ ਕਿ ਰਸਤ ਆ ਗਈ ਏ ਤੇ ਗੁਰੂ ਨਾਨਕ ਸਾਹਿਬ ਅੱਜ ਸਾਡੇ ਗਰੀਬਾਂ ਦੇ ਘਰ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਆ ਰਹੇ, ਸਾਡੇ ਧੰਨ ਭਾ ਗਿਆ। ਜਗਤੇ ਦੀ ਘਰ ਵਾਲੀ ਖੁਸ਼ੀ 'ਚ ਫੁੱਲੀ ਨਹੀਂ ਸਮਾਉਂਦੀ, ਕਦੇ ਕੋਈ ਸਬਜੀ ਭਾਜੀ, ਕਦੇ ਕੋਈ ਸਬਜੀ ਭਾਜੀ ਤਿਆਰ ਕਰਦੀ ਏ ਤੇ ਨਾਲੇ ਰੱਬ ਰੱਬ ਕਰ ਰਹੀ ਏ, ਨਾਲੇ ਸਵਾਸ ਗੁਰੂ ਨਾਨਕ ਸਾਹਿਬ ਨੂੰ ਯਾਦ ਕਰ ਰਹੀ ਏ। ਕਹਿੰਦੇ ਵਿਹੜੇ ਵਿੱਚ ਇੱਕ ਕੱਚਾ ਚੁੱਲ੍ਹਾ ਬਣਿਆ ਹੋਇਆ, ਕੱਚੇ ਚੁੱਲ੍ਹੇ ਵਿੱਚ ਜਗਤੇ ਦੀ ਘਰ ਵਾਲ ਨੇ ਅੱਗ ਬਾਲ ਦਿੱਤੀ। ਅੱਗ ਬਾਲ ਕੇ ਤੇ ਆਪ ਅੰਦਰੋਂ ਭਾਂਡਾ ਲੈਣ ਵਾਸਤੇ ਚਲੇ ਗਈ ਤੇ ਅੱਗ ਦੇ ਲਾਗੇ, ਚੁੱਲ੍ਹੇ ਲਾਗੇ ਉਹਦਾ ਨਿੱਕਾ ਜਿਹਾ ਬੱਚਾ ਖੇਡ ਰਿਹਾ ਸੀ, ਲਾਲਾ, ਜਿਹਦਾ ਜਨਮ ਸ਼ਾਦੀ ਤੋਂ ਲਗਭਗ 10 ਸਾਲਾਂ ਬਾਅਦ ਹੋਇਆ ਸੀ। ਮਾਂ ਅੰਦਰ ਭਾਂਡਾ ਲੈਣ ਵਾਸਤੇ ਗਏ, ਉਹ ਭੁੱਲ ਗਈ ਕਿ ਅੱਗ ਲਾਗੇ, ਚੁੱਲ੍ਹੇ ਲਾਗੇ ਮੇਰਾ ਛੋਟਾ ਜਿਹਾ ਬੱਚਾ ਲਾਲਾ ਖੇਡ ਰਿਹਾ ਹੈ। ਜਦੋਂ ਅੱਗ ਬਾਲ ਕੇ ਮਾਂ ਅੰਦਰੋਂ ਭਾਂਡਾ ਲੈਣ ਵਾਸਤੇ ਜਾਂਦੀ ਏ, ਇੰਨੇ ਚਿਰ ਨੂੰ ਹੁਣੀ ਆਕਾਸ਼ ਤੋਂ ਥੱਲੇ ਆਈ, ਉਹਨੇ ਛੋਟੇ ਜਿਹੇ ਬੱਚੇ ਲਾਲੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਤੇ ਲੱਟ ਲੱਟ ਕਰਕੇ ਮਾਚਰੀ ਅੱਗ ਵਿੱਚ ਵਗਾ ਕੇ ਐਉਂ ਸੁੱਟਿਆ। सी भाव पांबड़ पड़ के सी पांबड़ पड़ के और लगी पाचियां लाला के तड़के
ਬੱਚਾ ਛੱਡ ਕੇ ਬਾਰਿਆ ਪਿਓ ਅੰਦਰ ਵੜ ਕੇ ਓ ਬਾਹਰ ਆਈ ਜਾਏ ਅੰਦਰੋਂ ਕੋਈ ਭਾਂਡਾ ਫੜ ਕੇ ਬਾਹਰ ਆਈ ਜਾਏ ਅੰਦਰੋਂ ਕੋਈ ਭਾਂਡਾ ਫੜ ਕੇ ਓ ਬੱਚਾ ਉਹਦਾ ਮਰ ਗਿਆ ਚੁੱਲ੍ਹੇ ਵਿੱਚ ਸੜ ਕੇ ਬੱਚਾ ਉਹਦਾ ਮਰ ਗਿਆ ਚੁੱਲ੍ਹੇ ਵਿੱਚ ਸੜ ਕੇ ਓ ਕੁਦਰਤ ਰਚਿਆ ਖੇਲ ਸੀ ਓ ਵੇਖੇ ਖੜ ਕੇ ਓ ਕੁਦਰਤ ਰਚਿਆ ਖੇਲ ਸੀ ਆਪ ਵੇਖੇ ਖੜ ਕੇ ਆਦ ਤੂੰ ਜੀ ਦਾਤਾ ਸਭ ਮੇਰਾ ਤੂੰ ਜੀ ਹਰ ਜੀ 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 ਸਭ ਮੇਰਾ ਤੂੰ ਹੀ ਮਾਂਦਰ ਭਾਂਡਾ ਲੈਣ ਵਾਸਤੇ ਚਲੇ ਗਏ। ਭੋਲੀ ਗਏ ਕਿ ਚੁੱਲ੍ਹੇ ਲਾਗੇ ਅੱਗ ਲਾਗੇ ਮੇਰਾ ਨਿੱਕਾ ਜਿਹਾ ਬੱਚਾ ਲਾਲਾ ਖੇਡ ਰਿਹਾ। ਜਦੋਂ ਮਾਂਦਰੋਂ ਭਾਂਡਾ ਲੈਣ ਵਾਸਤੇ ਗਏ, ਛੋਟਾ ਜਿਹਾ ਬੱਚਾ ਆਪਣੇ ਛੋਟੇ ਛੋਟੇ ਕਦਮ ਧਰਤੀ ਦੀ ਇੱਕ ਤੇ ਰੱਖਦਾ ਹੋਇਆ ਚੁੱਲ੍ਹੇ ਦੇ ਨੇੜੇ ਆ ਗਿਆ। ਬੱਚਾ ਚੁੱਲ੍ਹੇ ਨੂੰ ਹੱਥ ਪਾ ਕੇ ਤੇ ਚੁੱਲ੍ਹੇ ਦੇ ਉੱਤੇ ਚੜ ਗਿਆ। ਜਦੋਂ ਲਾਲਾ ਚੁੱਲ੍ਹੇ ਦੇ ਉੱਤੇ ਚੜਿਆ, ਪੈਰ ਖਿਸਕ ਗਿਆ ਲਾਲੇ ਦਾ ਤੇ ਅੱਗ ਵਿੱਚ ਡਿੱਗ ਪਿਆ। ਜਦੋਂ ਲਾਲਾ ਅੱਗ ਵਿੱਚ ਡਿੱਗਾ ਨਾ ਤੇ ਸਿਰ ਦੀ ਚੋਟੀ ਤੋਂ ਲੈ ਕੇ ਤੇ ਪੈਰ ਦੇ ਅੰਗੂਠੇ ਤੱਕ ਲਾਲਾ ਅੱਗ ਵਿੱਚ ਸੜ ਕੇ ਮਰ ਗਿਆ। ਰੱਬ ਨਾ ਕਰੇ ਕਿਤੇ ਸਾਡੇ ਘਰ ਵਿੱਚ ਕੋਈ ਖੁਸ਼ੀਆਂ ਵਾਲਾ ਪ੍ਰੋਗਰਾਮ, ਕੋਈ ਸਮਾਗਮ ਰੱਖਿਆ ਹੋਵੇ, ਕਿਤੇ ਸਾਡੇ ਨਾਲ ਇਦਾਂ ਦਾ ਭਾਣਾ ਵਾਪਰ ਜਾਵੇ ਤੇ ਅਸੀਂ ਤੇ ਪ੍ਰਮਾਤਮਾ ਨੂੰ ਉਲਾਂਭੇ ਦਿੰਨੇ, ਪ੍ਰਮਾਤਮਾ ਨੂੰ ਮੰਦਾ ਚੰਗਾ ਬੋਲਦੇ, ਪ੍ਰਮਾਤਮਾ ਤੂੰ ਸਾਡੇ ਨਾਲ ਚੰਗਾ ਨਹੀਂ ਕੀਤਾ, ਤੂੰ ਸਾਡੇ ਨਾਲ ਥੱਲੇ ਆ ਕੇ ਲੜਿਆ, ਸਾਡਾ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ। ਬੱਚਾ ਚੁੱਲ੍ਹੇ ਵਿੱਚ ਡਿੱਗਾ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਅੱਗ ਵਿੱਚ ਸੜ ਕੇ ਮਰ ਗਿਆ। ਤੇ ਮਾਂ ਭਾਂਡਾ ਲੈ ਕੇ ਬਾਹਰ ਆਉਂਦੀ ਹੈ ਤੇ ਚਾਰ ਚੁਫੇਰੇ ਨਿਗਾਹ ਮਾਰਦੀ ਹੈ, ਬੜੀ ਹੈਰਾਨ ਹੁੰਦੀ ਹੈ, ਸੋਚਦੀ ਪਈ ਹੁਣ ਇਹ ਜਿੱਥੇ ਚੁੱਲ੍ਹੇ ਲਾਗੇ ਮੇਰਾ ਪੁੱਤ ਲਾਲਾ ਖੇਡ ਰਿਹਾ ਸੀ, ਮੇਰਾ ਪੁੱਤ ਕਿੱਥੇ ਚਲਾ ਗਿਆ। ਜਦੋਂ ਸੱਜੇ ਖੱਬੇ ਝਾਤੀ ਮਾਰੀ, ਮਾਂ ਨੂੰ ਉਹਦਾ ਪੁੱਤ ਨਾ ਨਜ਼ਰੀ ਆਇਆ। ਮਾਂ ਨੇ ਆਪਣੇ ਥੋੜੇ ਜਿਹੇ ਕਦਮ ਚੁੱਲ੍ਹੇ ਦੇ ਵੱਲ ਨੂੰ ਵਧਾਏ ਤੇ ਜਦੋਂ ਮਾਂ ਦੀ ਨਿਗਾਹ ਚੁੱਲ੍ਹੇ ਵਿੱਚ ਗਈ ਤੇ ਕੀ ਵੇਖਿਆ, ਚੁੱਲ੍ਹੇ ਵਿੱਚ ਉਹਦਾ ਛੋਟਾ ਜਿਹਾ ਬੱਚਾ ਲਾਲਾ ਅੱਗ ਦੇ ਨਾਲ ਸੜ ਕੇ ਮਰ ਚੁੱਕਿਆ ਸੀ। ਮਰੇ ਪੁੱਤ ਨੂੰ ਵੇਖਿਆ, ਮਾਂ ਰੋਈ ਨਹੀਂ, ਉਹਦੀਆਂ ਅੱਖਾਂ ਵਿੱਚੋਂ ਇੱਕ ਹੰਝੂ ਤਾਕਣਾ ਆਇਆ। ਕੋਈ ਬੰਦਾ ਉਹਦੇ ਚਿਹਰੇ ਵੱਲ ਵੇਖ ਕੇ ਇਹ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਕਿ ਇਸ ਮਾਂ ਦਾ ਪੁੱਤ ਮਰ ਗਿਆ ਹੋਵੇਗਾ। ਜਿਹੋ ਜੀ ਰੌਣਕ ਪਹਿਲਾਂ ਸੀ ਨਾ ਮਾਂ ਦੇ ਚਿਹਰੇ ਤੇ, ਉਹੋ ਜੀ ਹੁਣੇ ਭਾਵੇਂ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ। ਆਪਣੇ ਮਰੇ ਪੁੱਤ ਨੂੰ ਵੇਖਿਆ, ਮਾਂ ਨੇ ਵੱਡਾ ਸਾਰਾ ਜਿਗਰਾ ਕੀਤਾ, ਉਹਨੇ ਕੱਪੜਾ ਲਿਆ ਤੇ ਕੱਪੜੇ ਦੇ ਨਾਲ ਆਪਣੇ ਪੁੱਤ ਦੀ ਲਾਸ਼ ਨੂੰ ਚੁੱਲ੍ਹੇ ਵਿੱਚੋਂ ਬਾਹਰ ਕੱਢਿਆ। ਗਰੀਬਾਂ ਦੇ ਕੋਲ ਕੱਖਾਂ ਦੀ ਜਿਹੜੀ ਛਣ ਸੀ ਨਾ, ਕੱਖਾਂ ਦੀ ਛਣ ਵਿੱਚ ਜਾ ਕੇ ਮਾਂ ਨੇ ਆਪਣੇ ਪੁੱਤ ਨੂੰ ਧਰਤੀ ਦੀ ਇੱਕ ਤੇ ਲੰਮਿਆ ਪਾ ਦਿੱਤਾ, ਲਟਾ ਦਿੱਤਾ। ਹੁਣ ਗਰੀਬਾਂ ਨੂੰ ਕਫਨ ਵੀ ਨਸੀਬ ਨਹੀਂ ਹੁੰਦਾ ਕਿ ਮਾਂ ਆਪਣੇ ਪੁੱਤ ਦੀ ਲਾਸ਼ ਢੱਕ ਦਿੰਦੀ। ਜਦੋਂ ਕਫਨ ਨਾ ਮਿਲਿਆ, ਮਾਂ ਨੇ ਆਪਣੇ ਸਿਰ ਤੋਂ ਚੁੰਨੀ ਉਤਾਰੀ, ਲੀੜਾ ਉਤਾਰਿਆ, ਉਹਦੇ ਦੋ ਟੋਟੇ ਕੀਤੇ। ਅੱਧਾ ਟੋਟਾ ਮਾਂ ਨੇ ਆਪਣੇ ਸਿਰ ਤੇ ਰੱਖ ਲਿਆ ਤੇ ਅੱਧਾ ਟੋਟਾ ਸੀ ਜਿਹੜਾ ਪੁੱਤ ਦੀ ਲਾਸ਼ ਦੇ ਉੱਤੇ ਪਾ ਕੇ ਤੇ ਮਾਂ ਨੇ ਪੁੱਤ ਦੀ ਲਾਸ਼ ਨੂੰ ਢੱਕ ਦਿੱਤਾ। ਮਾਂ ਆਪਣੇ ਮਰੇ ਹੋਏ ਪੁੱਤ ਦੇ ਸਿਰ ਵਾਲੇ ਪਾਸੇ ਗੋਡਿਆਂ ਦੇ ਭਾਰ ਹੋ ਕੇ ਧਰਤੀ ਦੀ ਇੱਕ ਤੇ ਬੈਠ ਗਈ ਤੇ ਸੜੇ ਪੁੱਤ ਦਾ ਮੱਥਾ ਚੁੰਮ ਕੇ ਮਾਂ ਆਵਾਜ਼ ਦੇ ਕੇ ਕਹਿਣ ਲੱਗੀ, ਪੁੱਤ ਲਾਲੇ ਕੀ ਭਾਣਾ ਵਰਤਾ ਦਿੱਤਾ ਈ,
ਵੇਖ ਅੱਜ ਸਾਨੂੰ ਕਿੰਨਾ ਚਾਅ ਚੜਿਆ, ਕਿੰਨੇ ਲੰਮੇ ਸਮੇਂ ਤੋਂ ਅਰਦਾਸਾਂ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਘਰ ਵਿੱਚ ਚਰਨ ਪਾਉਣ ਵਾਸਤੇ ਆ ਰਹੇ ਤੇ ਪੁੱਤ ਤੂੰ ਸਦਾ ਦੀ ਨੀਂਦੇ ਸੌਂਗੇ। ਲਾਲਿਆ ਉੱਠ ਕੇ ਸਾਡੇ ਨਾਲ ਸੇਵਾ ਕਰਵਾ ਪੁੱਤ, ਗੁਰੂ ਨਾਨਕ ਸਾਹਿਬ ਦੇ ਆਉਣ ਦਾ ਸਮਾਂ ਹੋ ਗਿਆ। ਜਿਵੇਂ ਅਸੀਂ ਸੇਵਾ ਕਰ ਰਹੇ ਹਾਂ ਤੂੰ ਵੀ ਸਾਡੇ ਨਾਲ ਉੱਠ ਕੇ ਸੇਵਾ ਕਰਵਾ। ਮਾਂ ਆਪਣੇ ਪੁੱਤ ਨੂੰ ਬਾਹ ਤੋਂ ਫੜ ਕੇ ਹਲੂਣ ਕੇ ਆਪਣੇ ਪੁੱਤ ਨੂੰ ਉਠਾਉਣ ਦਾ ਯਤਨ ਕਰ ਰਹੀ ਹੈ, ਪਰ ਪੁੱਤ ਸਦਾ ਦੀ ਨੀਂਦੇ ਸੁੱਤਾ ਹੋਇਆ। ਮਾਂ ਆਪਣੇ ਪੁੱਤ ਦਾ ਮੱਥਾ ਚੁੰਮ ਕੇ ਆਵਾਜ਼ ਦੇ ਕੇ ਕਹਿਣ ਲੱਗੀ, ਪੁੱਤ ਲਾਲਿਆ ਤੂੰ ਸੋਚਦਾ ਹੋਵੇਂਗਾ ਕਿ ਮੈਂ ਮਰ ਗਿਆ, ਪਰ ਮੇਰੀ ਮਾਂ ਰੋ ਕਿਉਂ ਨਹੀਂ ਰਹੀ, ਇਹਦੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਨਹੀਂ ਆ ਰਹੇ? ਪੁੱਤ ਤੇਰੀ ਮਾਂ ਹੋਣ ਦੇ ਨਾਤੇ ਤੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਏ। ਹੁਣ ਮੈਂ ਰੱਜ ਕੇ ਰੋ ਵੀ ਨਹੀਂ ਸਕਦੀ। ਜੇ ਮੈਂ ਹੁਣ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ, ਇਹਨਾਂ ਆਂਡੀਆਂ ਗਵਾਂਡੀਆਂ ਨੇ ਗੱਲਾਂ ਕਰਨੀਆਂ, ਇਹਨਾਂ ਕਹਿਣਾ ਗਰੀਬ ਬੰਦੇ ਆ, ਪ੍ਰਸ਼ਾਦਾ ਛਕਾਉਣ ਦੀ ਔਕਾਤ ਨਹੀਂ, ਤੇ ਇਹਨਾਂ ਨੇ ਆਪਣੇ ਪੁੱਤ ਨੂੰ ਮਾਰਨ ਦਾ ਬਹਾਨਾ ਬਣਾ ਲਿਆ। ਪੁੱਤ ਨੂੰ ਮੈਂ ਰੱਜ ਕੇ ਰੋ ਵੀ ਨਹੀਂ ਸਕਦੀ, ਪਰ ਵਾਅਦਾ ਕਰਦੀ ਆ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਸ਼ਾਦਾ ਛਕ ਕੇ ਚਲੇ ਗਏ, ਮੈਂ ਇੰਨੀਆਂ ਤਾਹਾਂ ਮਾਰ ਕੇ ਰੋਵਾਂਗੀ, ਇੰਨੀਆਂ ਭੁੱਬਾਂ ਮਾਰ ਕੇ ਰੋਵਾਂਗੀ, ਦੁਨੀਆ ਦੇ ਲੋਕਾਂ ਨੂੰ ਦੱਸਦਾ ਕਿ ਮਾਂ ਦੀ ਮਮਤਾ ਕਿੰਨੀ ਬਲਵਾਨ ਹੁੰਦੀ। ਹੋ ਮਾਂ ਵਰਗਾ ਕਨਸ਼ਾਬ ਬੂਟਾ, ਹੋ ਮੈਨੂੰ ਜਗ ਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਨ ਉਦਾਰੀ ਤੇ ਰੱਬ ਨੇ ਸਵਰਗ ਬਣਾਏ। ਕੁੱਲ ਦੁਨੀਆ ਦੇ ਬੂਟੇ ਜੋ ਜੜ ਸੁੱਕਿਆ ਮੁਰਝਾਦੇ, ਐ ਪਰ ਫੁੱਲਾਂ ਦੇ ਕਮਲਾਇਆ, ਇਹ ਬੂਟਾ ਸੁੱਕ ਜਾਵੇ, ਇਹ ਬੂਟਾ ਸੁੱਕ ਜਾਵੇ। ਕਹਿਣ ਲੱਗੀ, ਪੁੱਤਰਾ ਹੁਣ ਰੋ ਵੀ ਨਹੀਂ ਸਕਦੀ, ਪਰ ਜਦੋਂ ਮਹਾਰਾਜ ਪ੍ਰਸ਼ਾਦਾ ਛਕ ਕੇ ਚਲੇ ਗਏ, ਇੰਨੀਆਂ ਤਾਹਾਂ ਮਾਰ ਕੇ ਰੋਵਾਂਗੀ, ਇੰਨੀਆਂ ਭੁੱਬਾਂ ਮਾਰ ਕੇ ਰੋਵਾਂਗੀ, ਦੁਨੀਆ ਦੇ ਲੋਕਾਂ ਨੂੰ ਦੱਸ ਦਿਆਂਗੀ ਕਿ ਮੇਰਾ ਤੇ ਮੇਰੇ ਪੁੱਤ ਦਾ ਸਾਡਾ ਆਪਸ ਵਿੱਚ ਪਿਆਰ ਕਿੰਨਾ ਸੀ। ਆਖਰੀ ਵਾਰ ਮਾਂ ਨੇ ਸੜੇ ਪੁੱਤ ਦਾ ਮੱਥਾ ਚੁੰਮਿਆ ਤੇ ਬਾਹਰ ਆ ਕੇ ਸੇਵਾ ਕਰਨ ਲੱਗ ਪਈ। ਇੰਨੇ ਚਿਰ ਨੂੰ ਜਗਤਾ ਘਰ ਵਿੱਚ ਆ ਗਿਆ। ਜਗਤਾ ਘਰ ਆਇਆ ਤੇ ਆ ਕੇ ਆਵਾਜ਼ ਦੇ ਕੇ ਪੁੱਛਦਾ, ਕਹਿੰਦਾ ਭਾਗਵਾਨੇ ਲਾਲਾ ਕਿੱਥੇ ਆ? ਉਹ ਕਹਿਣ ਲੱਗੀ, ਜੀ ਗਵਾਂਡੀਆਂ ਦੇ ਬੱਚਿਆਂ ਨਾਲ ਖੇਡਣ ਵਾਸਤੇ ਗਿਆ ਹੋਇਆ, ਕਿਉਂਕਿ ਉਹ ਜਾਣਦੀ ਸੀ ਕਿ ਜੇ ਮੈਂ ਆਪਣੇ ਘਰ ਵਾਲ ਨੂੰ ਸੱਚ ਦੱਸ ਦਿੱਤਾ ਤੇ ਮੇਰੇ ਘਰ ਵਾਲ ਨੇ ਕਹਿਣਾ ਕਿ ਆਪਣਾ ਪੁੱਤ ਅਕਾਲ ਚਲਾਣਾ ਕਰ ਗਿਆ ਤੇ ਮਹਾਰਾਜ ਨੂੰ ਅੱਜ ਪ੍ਰਸ਼ਾਦਾ ਨਾ ਛਕਾਈਏ, ਜਵਾਬ ਦੇ ਦੇਗੀ। ਪਰ ਮਾਂ ਕਹਿੰਦੀ ਜਿੰਨਾ ਮਰਜ਼ੀ ਸਾਡਾ ਨੁਕਸਾਨ ਹੋਵੇ, ਅੱਜ ਮਹਾਰਾਜ ਸਾਡੇ ਗਰੀਬਾਂ ਦੇ ਘਰ ਵਿੱਚ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਣ। ਉਹ ਕਹਿਣ ਲੱਗੀ, ਜੀ ਗਵਾਂਡੀਆਂ ਦੇ ਨਿਆਣਿਆਂ ਨਾਲ ਖੇਡਣ ਵਾਸਤੇ ਗਿਆ ਹੋਇਆ। ਜਗਤਾ ਸੇਵਾ ਕਰਨ ਲੱਗ ਪਿਆ। ਸੇਵਾ ਕਰਦਾ ਜਗਤਾ ਫੇਰ ਪੁੱਛ ਲੈਂਦਾ, ਫੇਰ ਉਹੀ ਜਵਾਬ, ਜੀ ਆ ਜਾਵੇਗਾ, ਤੁਸੀਂ ਸੇਵਾ ਕਰੋ, ਉਹ ਗਵਾਂਡੀਆਂ ਦੇ ਬੱਚਿਆਂ ਨਾਲ ਖੇਡਣ ਵਾਸਤੇ ਗਿਆ ਹੋਇਆ। ਇੰਨੇ ਚਿਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਖ-ਵੱਖ ਘਰਾਂ ਵਿੱਚ ਚਰਨ ਪਾਉਂਦੇ ਮਹਾਰਾਜ ਜਗਤੇ ਦੇ ਘਰ ਵਿੱਚ ਸਤਿਗੁਰੂ ਆਣ ਬਰਾਜਦੇ। ਵਿਹੜੇ ਵਿੱਚ ਆਸਣ ਲੱਗਾ ਹੋਇਆ, ਮਹਾਰਾਜ ਆਸਣ ਤੇ ਚੌਂਕੜਾ ਮਾਰ ਕੇ ਬੈਠ ਗਏ। ਸਤਿਗੁਰੂ ਨੇ ਨੇਤਰ ਬੰਦ ਕੀਤੇ, ਦੋਵੇਂ ਹੱਥ ਜੋੜ ਕੇ ਤੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਜਗਤੇ ਨੇ ਥਾਲ ਵਿੱਚ ਪ੍ਰਸ਼ਾਦਾ ਪਾਇਆ, ਬੜੇ ਪ੍ਰੇਮ ਦੇ ਨਾਲ ਥਾਲ ਵਿੱਚ ਪ੍ਰਸ਼ਾਦਾ ਪਾ ਕੇ ਤੇ ਸਤਿਗੁਰੂ ਦੇ ਅੱਗੇ ਲਿਆ ਕੇ ਰੱਖ ਦਿੱਤਾ। ਹੱਥ ਜੋੜ ਕੇ ਜਗਤਾ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮਿਹਰ ਕਰੋ। ਮਹਾਰਾਜ ਪ੍ਰਸ਼ਾਦਾ ਆਪ ਜੀ ਦੇ ਅੱਗੇ ਹਾਜ਼ਰ ਹੋ ਗਿਆ ਤੇ ਭੋਗ ਲਾਓ, ਪ੍ਰਸ਼ਾਦਾ ਛਕੋ। ਮਹਾਰਾਜ ਕੁਝ ਨਾ ਬੋਲੇ। ਦੂਸਰੀ ਆਵਾਜ਼ ਜਗਤਾ ਫੇਰ ਦਿੰਦਾ ਥੋੜੇ ਸਮੇਂ ਬਾਅਦ, ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਪ੍ਰਸ਼ਾਦਾ ਹਾਜ਼ਰ ਹੋ ਗਿਆ, ਭੋਗ ਲਾਓ, ਪ੍ਰਸ਼ਾਦਾ ਛਕੋ। ਮਹਾਰਾਜ ਫੇਰ ਕੁਝ ਨਾ ਬੋਲੇ। ਤੀਸਰੀ ਆਵਾਜ਼ ਜਗਤਾ ਦਿੰਦਾ ਹੈ, ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਤੇ ਸੁਣਿਆ ਸੀ ਤੁਸੀਂ ਗਰੀਬਾਂ ਦੇ ਨਾਲ ਬੜਾ ਪਿਆਰ ਕਰਦੇ ਹੋ, ਮੈਨੂੰ ਤੇ ਪਤਾ ਲੱਗਾ ਸੀ ਤੁਸੀਂ ਗਰੀਬਾਂ ਦੇ ਯਾਰ ਬਣ ਕੇ ਆਏ ਹੋ, ਪਰ ਮਹਾਰਾਜ ਅੱਜ ਅੱਖੀ ਵੇਖ ਲਿਆ ਤੁਸੀਂ ਗਰੀਬਾਂ ਦੇ ਨਾਲ ਕੋਈ ਪਿਆਰ ਨਹੀਂ ਕਰਦੇ। ਜੇ ਗਰੀਬਾਂ ਦੇ ਨਾਲ ਤੁਸੀਂ ਪਿਆਰ ਕਰਦੇ ਹੁੰਦੇ ਤੇ ਮੇਰੇ ਗਰੀਬ ਦੇ ਘਰ ਵਿੱਚੋਂ ਪ੍ਰਸ਼ਾਦਾ ਜ਼ਰੂਰ ਛਕਦੇ। ਮਹਾਰਾਜ ਨੇ ਆਪਣੇ ਨੇਤਰ ਖੋਲ ਲਏ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਜਗਤਿਆ ਪ੍ਰਸ਼ਾਦਾ ਛਕਣ ਵਾਸਤੇ ਆਏ ਆ, ਪ੍ਰਸ਼ਾਦਾ ਛਕ ਕੇ ਜਾਵਾਂਗੇ ਤੇਰੇ ਘਰ ਵਿੱਚੋਂ, ਪਰ ਪਹਿਲਾਂ ਤੇਰੇ ਕੋਲੋਂ ਇੱਕ ਗੱਲ ਪੁੱਛਣੀ ਏ, ਝੂਠ ਨਾ ਬੋਲੀ, ਸੱਚ ਦੱਸੀ। ਜਗਤਾ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੁਹਾਡੇ ਚਰਨਾਂ ਵਿੱਚ ਖਲੋਤਾ ਹੋਇਆ, ਝੂਠ ਬੋਲਣ ਦੀ ਕੀ ਲੋੜ ਆ? ਮਹਾਰਾਜ ਸੱਚ ਬੋਲਾਂਗਾ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ?
ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਜਗਤਿਆ ਕੱਲ ਜਦੋਂ ਤੁਸੀਂ ਸਾਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਗਏ, ਤੁਸੀਂ ਪਰਿਵਾਰ ਦੇ 3 ਜੀ ਸੀ, 3 ਮੈਂਬਰ ਸੀ, 2 ਤੁਸੀਂ ਆਪ, ਇੱਕ ਸੀ ਤੁਹਾਡਾ ਨਿੱਕਾ ਜਿਹਾ ਪੁੱਤ ਲਾਲਾ। ਹੁਣ ਤੁਸੀਂ ਤੇ ਦੋਵੇਂ ਸੇਵਾ ਕਰ ਰਹੇ ਹੋ, ਤੁਸੀਂ ਦੋਵੇਂ ਨਜ਼ਰੀ ਆ ਰਹੇ ਹੋ, ਪਰ ਤੁਹਾਡਾ ਪੁੱਤ ਲਾਲਾ ਕਿਉਂ ਨਹੀਂ ਨਜ਼ਰੀ ਆ ਰਿਹਾ? ਲਾਲਾ ਕਿੱਥੇ ਚਲਾ ਗਿਆ? ਅਜੇ ਜਗਤਾ ਤੇ ਨਾ ਬੋਲਿਆ, ਲਾਗੇ ਖਲੋਤੀ ਸੀ ਜਗਤੇ ਦੀ ਘਰ ਵਾਲੀ ਮਾਂ। ਆਪਣੇ ਕਲੇਜੇ ਨੂੰ ਪਕੜ ਕੇ ਆਵਾਜ਼ ਦੇ ਕੇ ਕਹਿਣ ਲੱਗੀ, ਸਤਿਗੁਰੂ ਮੇਰਾ ਪੁੱਤ ਗਵਾਂਢੀਆਂ ਦੇ ਬੱਚਿਆਂ ਨਾਲ ਖੇਡਣ ਵਾਸਤੇ ਗਿਆ ਹੋਇਆ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਧੀਏ ਸੱਚ ਕਹਿੰਦੀ ਹੈ, ਤੇਰਾ ਪੁੱਤ ਗਵਾਂਢੀਆਂ ਦੇ ਬੱਚਿਆਂ ਨਾਲ ਖੇਡਣ ਵਾਸਤੇ ਗਿਆ ਹੋਇਆ? ਹੱਥ ਜੋੜ ਕੇ ਕਹਿਣ ਲੱਗੀ, ਸਤਿਗੁਰੂ ਬੱਚੇ ਦੀ ਮਾਂ ਹਾਂ, ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ? ਮੇਰਾ ਪੁੱਤ ਸੱਚਮੁੱਚ ਗਵਾਂਢੀਆਂ ਦੇ ਬੱਚਿਆਂ ਨਾਲ ਖੇਡਣ ਵਾਸਤੇ ਗਿਆ ਹੋਇਆ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਧੀਏ ਸੱਚ ਬੋਲੀ, ਝੂਠ ਨਾ ਬੋਲੀ। ਜੇ ਹੁਣ ਤੂੰ ਝੂਠ ਬੋਲ ਦਿੱਤਾ, ਯਾਦ ਰੱਖ ਅਜੇ ਸਮਾਂ ਤੇਰੇ ਹੱਥ ਵਿੱਚ ਆ। ਜੇ ਝੂਠ ਬੋਲ ਦਿੱਤਾ ਤੇ ਸਮਾਂ ਤੇਰੇ ਹੱਥ ਵਿੱਚੋਂ ਨਿਕਲ ਜਾਵੇਗਾ। ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਮੈਂ ਝੂਠ ਨਹੀਂ ਬੋਲਦੀ, ਸੱਚ ਕਹਿ ਰਹੀ ਏ। ਮੇਰਾ ਪੁੱਤ ਗਵਾਂਢੀਆਂ ਦੇ ਬੱਚਿਆਂ ਨਾਲ ਖੇਡਣ ਵਾਸਤੇ ਗਿਆ, ਤੁਸੀਂ ਦੇਰੀ ਨਾ ਕਰੋ, ਮਹਾਰਾਜ ਭੋਗ ਲਾਓ, ਪ੍ਰਸ਼ਾਦਾ ਛਕੋ। ਮਹਾਰਾਜ ਨੇ ਆਪਣੇ ਹੱਥ ਦੇ ਨਾਲ ਪ੍ਰਸ਼ਾਦੇ ਵਾਲਾ ਥਾਲ ਪਾਸੇ ਕਰ ਦਿੱਤਾ। ਥਾਲ ਪਾਸੇ ਕਰਕੇ ਆਵਾਜ਼ ਦੇ ਕੇ ਕਹਿਣ ਲੱਗੇ, ਧੀਏ ਅੱਜ ਨਾਨਕ ਤਪਾ ਪ੍ਰਣ ਕਰਦਾ ਏ, ਅਸੀਂ ਉਹਨਾਂ ਚਿਰ ਤੱਕ ਤੇਰੇ ਘਰ ਵਿੱਚੋਂ ਪ੍ਰਸ਼ਾਦਾ ਹੀ ਨਹੀਂ ਛਕਣਾ ਜਿੰਨਾ ਚਿਰ ਤੱਕ ਤੇਰਾ ਪੁੱਤ ਨਹੀਂ ਮੁੜ ਕੇ ਆ ਜਾਂਦਾ। ਮਾਂ ਦੇ ਕੋਲੋਂ ਨਾ ਜਰਿਆ ਗਿਆ ਪੁੱਤ ਦਾ ਵਿਛੋੜਾ, ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਤਾਹਾਂ ਮਾਰ ਮਾਰ ਕੇ, ਭੁੱਬਾ ਮਾਰ ਮਾਰ ਕੇ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਹੱਥ ਜੋੜ ਕੇ ਆਵਾਜ਼ ਦੇ ਕੇ ਕਹਿਣ ਲੱਗੀ, ਸਤਿਗੁਰੂ ਇੰਨਾ ਵੱਡਾ ਪ੍ਰਣ ਨਾ ਕਰੋ। ਮਹਾਰਾਜ ਕਹਿਣ ਲੱਗੇ, ਕਿਉਂ ਧੀਏ? ਜਦੋਂ ਤੇਰਾ ਪੁੱਤ ਆ ਜਾਊਗਾ ਫਿਰ ਪ੍ਰਸ਼ਾਦਾ ਛਕ ਲਵਾਂਗੇ। ਤੇ ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਹੱਥ ਜੋੜ ਕੇ ਕਹਿਣ ਲੱਗੀ, ਸਤਿਗੁਰੂ ਮਹਾਰਾਜ ਸੱਚਾਈ ਤੇ ਇਹ ਆ ਵੀ ਤੁਸੀਂ ਮੇਰੇ ਪੁੱਤ ਦੀ ਉਡੀਕ ਕਰ ਰਹੇ, ਪਰ ਮੇਰਾ ਪੁੱਤ ਨੂੰ ਕਦੀ ਨਹੀਂ ਆਵੇਗਾ। ਮਹਾਰਾਜ ਕਹਿਣ ਲੱਗੇ, ਕਿਉਂ? ਕਹਿਣ ਲੱਗੀ, ਸਤਿਗੁਰੂ ਇਸ ਅੱਗ ਨੇ ਮੇਰਾ ਪੁੱਤ ਸਾੜ ਕੇ ਰੱਖ ਦਿੱਤਾ, ਮਾਰ ਕੇ ਰੱਖ ਦਿੱਤਾ। ਮਹਾਰਾਜ ਮੇਰਾ ਪੁੱਤ ਉੱਥੇ ਚਲਾ ਗਿਆ ਜਿੱਥੋਂ ਦੁਨੀਆ ਦਾ ਵਿਅਕਤੀ ਅੱਜ ਤੱਕ ਕਦੇ ਵਾਪਸ ਨਹੀਂ ਕੋਈ ਮੁੜ ਕੇ ਆਇਆ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਧੀਏ ਐਉਂ ਨਾ ਕਹਿ, ਮਾਂ ਦੀ ਮਮਤਾ ਬਹੁਤ ਬਲਵਾਨ ਹੁੰਦੀ ਏ। ਮਾਂ ਤੇ ਪੁੱਤ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਹੈ। ਮਾਂ ਪੁੱਤ ਤੋਂ ਬਿਨਾਂ ਨਹੀਂ ਰਹਿੰਦੀ ਤੇ ਪੁੱਤ ਮਾਂ ਤੋਂ ਬਿਨਾਂ ਨਹੀਂ ਰਹਿੰਦਾ। ਧੀਏ ਤੂੰ ਆਪਣੇ ਪੁੱਤ ਨੂੰ ਆਵਾਜ਼ ਮਾਰ, ਵੇਖੀ ਤੇਰੀ ਆਵਾਜ਼ ਸੁਣ ਕੇ ਤੇਰੇ ਪੁੱਤ ਨੇ ਤੇਰੇ ਕੋਲ ਭੱਜਿਆ ਆਉਣਾ ਹੈ। ਤੇ ਮਮਤਾ ਦੀ ਮਾਰੀ ਮਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਧਰ ਕੇ ਮਹਾਰਾਜ ਨੂੰ ਕੀ ਕਹਿੰਦੀ ਏ? दगेदार दा तार के पेश मियां सदा नहीं जवानी ते ऐशमा पे ते सदा नहीं जे बाल बरेस मियां हो सदा नहीं दौलत भील कोरे ते सदा नहीं जे राजियां देस मियां शाम हमदा सदा ना रूप दुनिया ते सदा नहीं जे कालिड़े केस मियां ते सदा नहीं जे कालिड़े केस मियां गुरु जी भक्त अपना बुला लेंदी हुंदा मेरे वस गुरु जी भक्त अपना बुला लेंदी
ਜਿੱਥੇ ਮੇਰਾ ਲਾਲ ਗਿਆ ਉੱਥੋਂ ਮੁੜ ਕੇ ਕੋਈ ਆਇਆ ਨਾ। ਧਰਮ ਕਚਹਿਰੀ ਵਿੱਚੋਂ ਅਸੀਂ ਆਪ ਬੁਲਾ ਲੈਂਦੇ, ਅਸੀਂ ਆਪ ਬੁਲਾ ਲੈਂਦੇ, ਅਸੀਂ ਆਪ ਬੁਲਾ ਲੈਂਦੇ ਹੋ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਧੀਏ ਮਾਂ ਦੀ ਮਮਤਾ ਬਹੁਤ ਬਲਵਾਨ ਹੁੰਦੀ, ਮਾਂ ਤੇ ਪੁੱਤ ਦਾ ਰਿਸ਼ਤਾ ਬੜਾ ਗੂੜਾ ਹੁੰਦਾ। ਧੀਏ ਤੂੰ ਆਪਣੇ ਪੁੱਤ ਨੂੰ ਆਵਾਜ਼ ਮਾਰ, ਵੇਖੀ ਤੇਰੀ ਆਵਾਜ਼ ਸੁਣ ਕੇ ਤੇਰੇ ਪੁੱਤ ਨੇ ਤੇਰੇ ਕੋਲੋਂ ਭੱਜਿਆ ਹੋਣਾ। ਮਾਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰਕੇ ਆਵਾਜ਼ ਦੇ ਕੇ ਕਹਿਣ ਲੱਗੀ, ਸਤਿਗੁਰੂ ਤੁਸੀਂ ਪੁੱਤ ਨੂੰ ਆਵਾਜ਼ਾਂ ਮਾਰਨ ਦੀਆਂ ਗੱਲਾਂ ਕਰਦੇ ਹੋ। ਮਹਾਰਾਜ ਮੈਂ ਆਪਣੇ ਪੁੱਤ ਦੇ ਸਰਾਣੇ ਵਾਲੇ ਪਾਸੇ ਖਲੋ ਕੇ ਆਪਣੇ ਪੁੱਤ ਨੂੰ ਬੜੀਆਂ ਆਵਾਜ਼ਾਂ ਮਾਰੀਆਂ, ਪਰ ਮੇਰੇ ਪੁੱਤ ਨੇ ਮੇਰੀ ਕੋਈ ਵੀ ਆਵਾਜ਼ ਨਹੀਂ ਸੁਣੀ। ਸਤਿਗੁਰੂ ਜਿੱਥੇ ਮੇਰਾ ਪੁੱਤ ਚਲਾ ਗਿਆ ਉੱਥੇ ਮੇਰੀ ਆਵਾਜ਼ ਨਹੀਂ ਪਹੁੰਚਣੀ, ਮਹਾਰਾਜ ਉੱਥੇ ਤੁਹਾਡੀ ਆਵਾਜ਼ ਪਹੁੰਚ ਸਕਦੀ ਹੈ। ਜੇ ਕਿਰਪਾ ਕਰਕੇ ਤੁਸੀਂ ਮੇਰੇ ਪੁੱਤ ਨੂੰ ਆਵਾਜ਼ ਮਾਰੋ, ਮਹਾਰਾਜ ਤੁਹਾਡੀ ਆਵਾਜ਼ ਸੁਣ ਕੇ ਮੇਰੇ ਪੁੱਤ ਨੇ ਮੇਰੇ ਕੋਲ ਭੱਜੇ ਆਉਣਾ ਹੈ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਠੀਕ ਹੈ ਧੀਏ, ਜੇ ਤੇਰਾ ਪੁੱਤ ਤੇਰੇ ਆਖੇ ਨਹੀਂ ਲੱਗਾ ਤੇ ਹੁਣ ਅਸੀਂ ਤੇਰੇ ਪੁੱਤ ਨੂੰ ਆਵਾਜ਼ ਮਾਰਦੇ। ਲਾਗੇ ਬੈਠਾ ਸੀ ਭਾਈ ਮਰਦਾਨਾ, ਮਾਰੇ ਕਹਿਣ ਲੱਗੇ, ਮਰਦਾਨਿਆ ਰਬਾਬ ਜਾ ਚੱਲ, ਗਰੀਬਾਂ ਦਾ ਪੁੱਤ ਜਮਾ ਦੀ ਕਚਹਿਰੀ ਵਿੱਚੋਂ ਵਾਪਸ ਲੈ ਕੇ ਆਈਏ। ਭਾਈ ਮਰਦਾਨੇ ਨੇ ਰਬਾਬ ਉਠਾਈ, ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ। ਮਹਾਰਾਜ ਨੇ ਪ੍ਰਮਾਤਮਾ ਨੂੰ ਯਾਦ ਕੀਤਾ, ਕਰਕੇ ਪ੍ਰਮਾਤਮਾ ਨੂੰ ਯਾਦ ਗੁਰੂ ਨਾਨਕ ਸਾਹਿਬ ਮਹਾਰਾਜ ਮੇਰਾਂ ਦੇ ਘਰ ਵਿੱਚ ਆ ਕੇ ਮਰ ਚੁੱਕੇ ਨਿੱਕੇ ਜੇ ਬੱਚੇ ਲਾਲੇ ਨੂੰ ਆਵਾਜ਼ਾਂ ਮਾਰ ਰਹੇ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਲਾਲਿਆ ਪਹਿਲੋਂ ਕਹਿੰਦਾ ਸੀ ਰੋਟੀ ਦੇ ਕੇ ਜਾਓ, ਭੁੱਖ ਲੱਗੀ ਹੈ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂ, ਭੁੱਖ ਦੂਰ ਕਰ ਲਵਾਂ। ਉਹ ਤੈਨੂੰ ਰੋਟੀ ਦੇਣ ਵਾਸਤੇ ਖੁਦ ਅਸੀਂ ਤੇਰੇ ਘਰ ਵਿੱਚ ਚੱਲ ਕੇ ਆਏ ਤੇ ਆਪ ਤੂੰ ਅੰਦਰ ਵੜ ਕੇ ਸੌਂ ਗਿਆ। ਬਾਹਰ ਨਿਕਲ ਵੇਖ, ਸਾਰੀ ਸੰਗਤ ਤੇਰਾ ਰਸਤਾ ਉਡੀਕ ਰਹੀ ਹੈ, ਤੇਰੀ ਮਾਂ ਰੋ ਰਹੀ ਹੈ। ਜੇ ਤੂੰ ਨਾ ਬਾਹਰ ਸਾਡੇ ਕੋਲ ਉੱਠ ਕੇ ਆਇਆ, ਯਾਦ ਰੱਖਾ ਪ੍ਰਸ਼ਾਦਾ ਇਹ ਭੋਜਨ ਇਹ ਪੱਕਿਆ ਹੀ ਰਹਿ ਜਾਊਗਾ, ਅਸੀਂ ਛਕਾਂਗੇ ਨਹੀਂ। ਤੇ ਜੇ ਨਾ ਅਸੀਂ ਪ੍ਰਸ਼ਾਦਾ ਛਕਿਆ ਤੇ ਲੋਕੀ ਕੀ ਕਹਿਣਗੇ ਵੀ ਕਾਦੀ ਲਾਲੇ ਦੀ ਗੁਰੂ ਨਾਲ ਯਾਰੀ, ਗੁਰੂ ਨੇ ਤੇ ਲਾਲੇ ਦੇ ਘਰ ਵਿੱਚੋਂ ਪ੍ਰਸ਼ਾਦਾ ਹੀ ਨਹੀਂ ਛਕਿਆ। ਬਾਹਰ ਨਿਕਲ। ਜਦੋਂ ਮਹਾਰਾਜ ਨੇ ਇਸ ਤਰ੍ਹਾਂ ਆਵਾਜ਼ ਮਾਰੀ ਨਾ, ਕੱਖਾਂ ਦੀ ਛਾਨ ਵਿੱਚ ਜਿਹੜਾ ਬੱਚਾ ਲਾਲਾ ਮਰ ਚੁੱਕਿਆ ਸੀ, ਉਹਨੇ ਮਹਾਰਾਜ ਦੀ ਆਵਾਜ਼ ਸੁਣੀ, ਮਰ ਚੁੱਕਿਆ ਬੱਚਾ ਉੱਠਿਆ, ਭੱਜਾ ਆਇਆ ਤੇ ਭੱਜ ਕੇ ਆ ਕੇ ਮਾਂ ਦੀਆਂ ਲੱਤਾਂ ਨੂੰ ਚਿੰਬੜ ਗਿਆ। ਜਿਉਂਦੇ ਪੁੱਤ ਨੂੰ ਵੇਖਿਆ ਤੇ ਸਨਮਾਨਯੋਗ ਸਾਧ ਸੰਗਤ ਦੀ ਮਾਂ ਦੇ ਕੋਲੋਂ ਖੁਸ਼ੀ ਝੱਲੀ ਨਾ ਗਈ, ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਹਿ ਤੁਰੇ। ਪੁੱਤ ਨੂੰ ਚੁੱਕਿਆ ਛਾਤੀ ਦੇ ਨਾਲ ਲਾ ਲਿਆ, ਆਪਣੇ ਪੁੱਤ ਦੇ ਕਦੇ ਹੱਥ ਚੁੰਮਦੀ ਹੈ, ਕਦੇ ਮੱਥਾ ਚੁੰਮਦੀ, ਉਹਦੇ ਨਾਲ ਪਿਆਰ ਕਰ ਰਹੀ ਹੈ, ਲਾਡ ਲਡਾ ਰਹੀ ਹੈ। ਇੰਨੇ ਚਿਰ ਨੂੰ ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ। ਸਤਿਗੁਰੂ ਨੇ ਜਦੋਂ ਪ੍ਰਸ਼ਾਦਾ ਛਕ ਲਿਆ, ਮਹਾਰਾਜ ਉੱਠ ਕੇ ਘਰ ਤੋਂ ਬਾਹਰ ਜਾਣ ਲੱਗੇ ਤੇ ਜਗਤੇ ਦੀ ਘਰ ਵਾਲੀ ਅੱਗੇ ਹੋ ਕੇ ਖਲੋ ਗਈ, ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਤੁਹਾਡਾ ਸ਼ੁਕਰਾਨਾ, ਨਾਲੇ ਸਾਡੇ ਘਰ ਵਿੱਚ ਚਰਨ ਪਾਏ, ਪ੍ਰਸ਼ਾਦਾ ਛਕਿਆ ਤੇ ਮਹਾਰਾਜ ਨਾਲੇ ਮੇਰੇ ਪੁੱਤ ਨੂੰ ਜ਼ਿੰਦਗੀ ਬਖਸ਼ਿਸ਼ ਕੀਤੀ। ਮਹਾਰਾਜ ਕਿਰਪਾ ਕਰਿਓ, ਕੱਲ ਦਾ ਪ੍ਰਸ਼ਾਦਾ ਫੇਰ ਸਾਡੇ ਗਰੀਬਾਂ ਦੇ ਘਰ ਵਿੱਚ ਹੀ ਛਕਣ ਵਾਸਤੇ ਆਇਓ। ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਠੀਕ ਹੈ ਧੀਏ, ਕੱਲ ਦਾ ਪ੍ਰਸ਼ਾਦਾ ਫੇਰ ਤੇਰੇ ਘਰ ਵਿੱਚੋਂ ਆ ਕੇ ਛਕਾਂਗੇ। ਮਹਾਰਾਜ ਨੇ ਖੇਡ ਵਰਤਾਉਣੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਘਰ ਤੋਂ ਬਾਹਰ ਜਾਂਦੇ ਤੇ ਜਗਤਾ ਆਵਾਜ਼ ਦੇ ਕੇ ਕਹਿਣ ਲੱਗਾ, ਭਗਵਾਨੇ ਕੱਲ ਮੈਂ ਸੱਦਾ ਦਿੱਤਾ, ਪਰ ਯਾਦ ਰੱਖ ਅੱਜ ਤੂੰ ਸੱਦਾ ਦੇ ਕੇ ਤੇ ਸੱਚਮੁੱਚ ਬਹੁਤ ਵੱਡੀ ਗਲਤੀ ਕਰ ਲਈ। ਹੁਣ ਆਪਣੇ ਕੋਲ ਰਸਤ ਵੀ ਨਹੀਂ ਬਚੀ, ਕੋਈ ਚੀਜ਼ ਵੀ ਨਹੀਂ, ਕੋਈ ਵਸਤੂ ਵੀ ਨਹੀਂ ਬਚੀ ਕਿ ਕੋਈ ਵਸਤੂ ਵੇਚ ਕੇ ਮਹਾਰਾਜ ਨੂੰ ਪ੍ਰਸ਼ਾਦਾ ਛਕਾ ਕੇ ਸਤਿਗੁਰੂ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰ ਲਈਏ। ਤੂੰ ਨਹੀਂ ਸੀ ਸੱਦਾ ਦੇਣਾ, ਅੱਜ ਮਸਾਂ ਹੀ ਤੇ ਆਪਾਂ ਪ੍ਰਸ਼ਾਦਾ ਛਕਾਇਆ। ਜਿਹੜੇ ਕੱਪੜੇ ਭਾਂਡੇ ਵੇਚ ਕੇ ਪੈਸੇ ਵਟੇ ਸੀ, ਉਹਨਾਂ ਸਾਰਿਆਂ ਪੈਸਿਆਂ ਦੀ ਰਸਤ ਮੈਂ ਅੱਜ ਲੈ ਆਇਆ ਸੀ ਤੇ ਜਿੰਨੀ ਰਸਤ ਲਿਆਂਦੀ ਸੀ ਸਾਰੀ ਦੀ ਸਾਰੀ ਰਸਤ ਅੱਜ ਲੰਗਰ ਵਿੱਚ ਲੱਗ ਗਈ। ਕੱਲ ਵਾਸਤੇ ਤੇ ਇੱਕ ਦਾਣਾ ਵੀ ਅਨਾਜ ਦਾ ਬਾਕੀ ਨਹੀਂ ਬਚਿਆ। ਕੱਲ ਨੂੰ ਨਹੀਂ ਪ੍ਰਸ਼ਾਦਾ ਛਕਾ ਸਕਦੇ, ਤੂੰ ਗਲਤੀ ਕਰ ਦਿੱਤੀ।
ਤੇ ਜਗਤੇ ਦੀ ਘਰ ਵਾਲੀ ਆਵਾਜ਼ ਦੇ ਕੇ ਕਹਿਣ ਲੱਗੀ स्वामी जी ਅੱਜ ਵਾਲੇ ਪ੍ਰਸ਼ਾਦੇ ਦਾ ਪ੍ਰਬੰਧ ਤੁਸੀਂ ਕੀਤਾ ਤੇ ਕੱਲ ਵਾਲੇ ਦਾ ਮੈਂ ਆਪੇ ਕਰ ਲਵਾਂਗੀ। ਰਾਤ ਪਈ, ਅਗਲੇ ਦਿਨ ਦਾ ਚੜਾ ਹੋਇਆ। ਜਗਤੇ ਦੀ ਘਰ ਵਾਲੀ ਉੱਠੀ। ਜਦੋਂ ਮਾਂ ਉੱਠੀ ਤੇ ਮਾਂ ਨੇ ਆਪਣੇ ਸੁੱਤੇ ਪਏ ਬੱਚੇ ਲਾਲੇ ਨੂੰ ਉਠਾਇਆ। ਜਿਹੋ ਜਿਹਾ ਘਰ ਵਿੱਚ ਜਲ ਪਾਣੀ ਸੀ ਨਾ, ਮਾਂ ਨੇ ਆਪਣੇ ਪੁੱਤ ਲਾਲੇ ਨੂੰ ਜਲ ਪਾਣੀ ਛਕਣ ਵਾਸਤੇ ਦੇ ਦਿੱਤਾ। ਜਦੋਂ ਲਾਲੇ ਨੇ ਜਲ ਪਾਣੀ ਛਕ ਲਿਆ, ਮਾਂ ਮੰਜੇ ਤੇ ਚੌਂਕੜਾ ਮਾਰ ਕੇ ਬੈਠ ਗਈ ਤੇ ਅੱਖਾਂ ਦੇ ਸਾਹਮਣੇ ਆਪਣੇ ਨਿੱਕੇ ਜਿਹੇ ਬੱਚੇ ਲਾਲੇ ਨੂੰ ਬਿਠਾ ਲਿਆ। ਉਹਦੇ ਸਿਰ ਤੋਂ ਪਟਕੀ ਉਤਾਰੀ, ਰੁਮਾਲੀ ਉਤਾਰੀ ਤੇ ਮਾਂ ਨੇ ਨਾ ਆਪਣੇ ਪੁੱਤ ਦਾ ਜੂੜਾ ਖੋਲਿਆ ਤੇ ਵਾਲ ਵਾਹੁਣੇ ਸ਼ੁਰੂ ਕਰ ਦਿੱਤੇ। ਜਦੋਂ ਕੇਸ ਵਾਹੁੰਦੀ ਹੈ ਨਾ, ਰੋਈ ਜਾਂਦੀ ਹੈ ਤੇ ਨਾਲੇ ਪਿਆਰ ਵਿੱਚ ਆ ਕੇ ਕਦੇ ਲਾਲੇ ਦਾ ਹੱਥ ਚੁੰਮ ਲੈਂਦੀ ਹੈ ਤੇ ਕਦੇ ਮੱਥਾ ਚੁੰਮ ਲੈਂਦੀ ਹੈ। ਲਾਲਾ ਆਵਾਜ਼ ਦੇ ਕੇ ਕਹਿਣ ਲੱਗਾ ਮਾਂ ਇੱਕ ਗੱਲ ਪੁੱਛਾਂ। ਮਾਂ ਕਹਿਣ ਲੱਗੀ ਦੱਸ ਪੁੱਤ। ਲਾਲਾ ਕਹਿਣ ਲੱਗਾ ਮਾਂ ਜਦੋਂ ਦੀ ਹੋਏ ਸੰਭਾਲੀਏ ਇੰਨਾ ਪਿਆਰ ਨਹੀਂ ਪਹਿਲਾਂ ਕਦੀ ਕੀਤਾ, ਇੰਨੀਆਂ ਰੀਝਾਂ ਲਾ ਕੇ ਕਦੀ ਤਿਆਰ ਨਹੀਂ ਕੀਤਾ। ਬੜਾ ਪਿਆਰ ਕਰ ਰਹੇ ਹੋ, ਬੜੀਆਂ ਰੀਝਾਂ ਲਾ ਕੇ ਤਿਆਰ ਕਰ ਰਹੇ ਹੋ, ਕਿਤੇ ਭੇਜਣ ਲੱਗੇ ਹੋ? ਮਾਂ ਕਹਿਣ ਲੱਗੀ ਹਾਂ ਪੁੱਤ ਅੱਜ ਤੈਨੂੰ ਅਸੀਂ ਕਿਤੇ ਭੇਜਣ ਲੱਗਿਆ। ਲਾਲਾ ਕਹਿਣ ਲੱਗਾ ਮਾਂ ਕਿੱਥੇ ਭੇਜਣ ਲੱਗੇ ਹੋ? ਮਾਂ ਕਹਿਣ ਲੱਗੀ ਪੁੱਤ ਜਿੱਥੇ ਤੈਨੂੰ ਤੇਰੇ ਮੁਕੱਦਰ ਲੈ ਜਾਣਗੇ। ਲਾਲਾ ਕਹਿਣ ਲੱਗਾ ਮਾਂ ਫਿਰ ਵੀ ਦੱਸ ਤੇ ਦਿਓ ਕਿੱਥੇ ਭੇਜਣ ਲੱਗੇ ਹੋ? ਮਾਂ ਕਹਿਣ ਲੱਗੀ ਪੁੱਤ ਅੱਜ ਅਸੀਂ ਤੈਨੂੰ ਉੱਥੇ ਭੇਜਣ ਲੱਗੇ ਆ, ਅੱਜ ਤੋਂ ਬਾਅਦ ਮੇਰੇ ਕੰਨ ਤਰਸ ਜਾਣਗੇ ਮਾਂ ਸ਼ਬਦ ਸੁਣਨ ਵਾਸਤੇ, ਤੇਰੀ ਜ਼ੁਬਾਨ ਤਰਸ ਜਾਵੇਗੀ ਮਾਂ ਸ਼ਬਦ ਬੋਲਣ ਵਾਸਤੇ। ਪੁੱਤ ਅੱਜ ਅਸੀਂ ਤੈਨੂੰ ਬਾਜ਼ਾਰ ਵਿੱਚ ਵੇਚਣ ਵਾਸਤੇ ਚੱਲੇ ਆ, ਬਾਜ਼ਾਰ ਵਿੱਚ। ਲਾਲਾ ਕਹਿੰਦਾ ਮਾਂ ਕਿ ਕਦੇ ਮਾਂ ਨੇ ਕਦੇ ਕਿਸੇ ਬਾਪ ਨੇ ਆਪਣਾ ਪੁੱਤ ਵੀ ਬਾਜ਼ਾਰ ਵਿੱਚ ਵੇਚਿਆ? ਮਾਂ ਕਿਉਂ ਵੇਚਣ ਵਾਸਤੇ ਚੱਲੇ? ਮਾਂ ਕਹਿਣ ਲੱਗੀ ਪੁੱਤ ਗਰੀਬੀ ਤੋਂ ਤੰਗ ਆ ਕੇ ਵੇਚਣ ਲੱਗੇ ਆ। ਸਾਡੇ ਘਰ ਵਿੱਚ ਆਉਣਾ ਸਤਿਗੁਰਾਂ ਨੇ ਤੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਤੇ ਸਤਿਗੁਰੂ ਦੇ ਪ੍ਰਸ਼ਾਦੇ ਦੀ ਖਾਤਰ ਵੇਚਣ ਲੱਗੇ। ਲਾਲਾ ਕਹਿਣ ਲੱਗਾ ਮਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਸ਼ਾਦੇ ਦੀ ਖਾਤਰ ਬਾਜ਼ਾਰ ਵਿੱਚ ਵਿਕਣ ਵਾਸਤੇ ਤਿਆਰ। ਇੰਨੇ ਚਿਰ ਨੂੰ ਜਗਤਾ ਆ ਗਿਆ। ਜਗਤਾ ਆਵਾਜ਼ ਦੇ ਕੇ ਕਹਿਣ ਲੱਗਾ ਭਗਵਾਨ ਨੇ ਮਹਾਰਾਜ ਦੇ ਆਉਣ ਦਾ ਸਮਾਂ ਹੋ ਗਿਆ, ਦੱਸ ਕਿੱਥੋਂ ਪੈਸੇ ਲੈ ਕੇ ਆਵਾਂ, ਕਿੱਥੋਂ ਰਸਤ ਲੈ ਕੇ ਆਵਾਂ? ਅੱਜ ਮਹਾਰਾਜ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ। ਤੇ ਜਗਤੇ ਦੀ ਘਰ ਵਾਲੇ ਨੇ ਆਪਣੇ ਨਿੱਕੇ ਜਿਹੇ ਬੱਚੇ ਲਾਲੇ ਦੀ ਉਂਗਲ ਫੜੀ ਤੇ ਘਰ ਵਾਲੇ ਦੇ ਹੱਥ ਵਿੱਚ ਫੜਾ ਕੇ ਕਹਿਣ ਲੱਗੀ स्वामी जी ਅੱਜ ਪੁੱਤ ਨੂੰ ਬਾਜ਼ਾਰ ਵਿੱਚ ਵੇਚੋ। ਜਦੋਂ ਜਗਤੇ ਦੇ ਕੰਨਾਂ ਵਿੱਚ ਆਵਾਜ਼ ਪਈ ਨਾ ਪੁੱਤ ਨੂੰ ਬਾਜ਼ਾਰ ਵਿੱਚ ਵੇਚੋ, ਜਗਤੇ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਉਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਗੋਡਿਆਂ ਦੇ ਭਾਰ ਹੋ ਕੇ ਬੈਠਾ, ਆਪਣੇ ਪੁੱਤ ਲਾਲੇ ਦੇ ਮੋਢਿਆਂ ਤੇ ਹੱਥ ਰੱਖੇ, ਉਹਨੂੰ ਜਰਾ ਆਪਣੀ ਛਾਤੀ ਦੇ ਨੇੜੇ ਕੀਤਾ, ਘੁੱਟ ਕੇ ਗਲ ਵਕੜੀ ਵਿੱਚ ਲੈ ਕੇ ਤੇ ਆਪਣੇ ਨਿੱਕੇ ਜਿਹੇ ਬੱਚੇ ਲਾਲੇ ਦਾ ਮੱਥਾ ਚੁੰਮ ਕੇ ਆਵਾਜ਼ ਦੇ ਕੇ ਕਹਿਣ ਲੱਗਾ ਪੁੱਤਰਾ ਦੁਨੀਆ ਦੇ ਉੱਤੇ ਕੋਈ ਐਸਾ ਬਾਪ ਨਹੀਂ ਹੋਵੇਗਾ ਜਿਸ ਬਾਪ ਨੇ ਆਪਣਾ ਪੁੱਤ ਬਾਜ਼ਾਰ ਵਿੱਚ ਵੇਚਿਆ ਹੋਵੇ। ਪੁੱਤਰਾ ਕਿਤੇ ਪ੍ਰਮਾਤਮਾ ਨੇ ਸਾਨੂੰ ਇੰਨੀ ਗਰੀਬੀ ਨਾ ਦਿੱਤੀ ਹੁੰਦੀ ਕਿ ਅੱਜ ਅਸੀਂ ਤੈਨੂੰ ਬਾਜ਼ਾਰ ਵਿੱਚ ਵੇਚਣ ਵਾਸਤੇ ਜਾਂਦੇ। ਅੱਜ ਤੇਰਾ ਬਾਪ ਤੈਨੂੰ ਖੁਦ ਬਾਜ਼ਾਰ ਵਿੱਚ ਵੇਚਣ ਵਾਸਤੇ ਚੱਲਿਆ ਏ। ਆਪਣੇ ਪੁੱਤ ਲਾਲੇ ਦੀ ਫੜੀ ਉਂਗਲ ਤੇ ਅਸਾਮ ਦੇ ਬਾਜ਼ਾਰਾਂ ਵਿੱਚ ਜਗਤਾ ਲੈ ਕੇ ਚਲਾ ਗਿਆ। ਤੁਸੀਂ ਬਾਜ਼ਾਰ ਵਿੱਚ ਜਾਂਦੇ ਹੋ, ਤਰ੍ਹਾਂ ਤਰ੍ਹਾਂ ਦੇ ਸਾਧਨ ਪਸ਼ੂ ਪੰਛੀ ਜਾਨਵਰ ਵੇਖਦੇ ਤੁਸੀਂ ਬਹੁਤ ਵਾਰ ਵੇਖੇ ਹੋਣਗੇ, ਪਰ ਕਦੇ ਪੁੱਤ ਨਹੀਂ ਬਾਜ਼ਾਰ ਵਿੱਚ ਵੇਖਦਾ ਵੇਖਿਆ ਹੋਵੇਗਾ। ਸਿਆਣੇ ਕਹਿੰਦੇ ਹੁਸਨ ਜਵਾਨੀ ਤੇ ਮਾਪੇ ਇਹ ਤਿੰਨ ਚੀਜ਼ਾਂ ਬਾਜ਼ਾਰ ਵਿੱਚੋਂ ਕਦੇ ਮੁੱਲ ਨਹੀਂ ਮਿਲਿਆ ਕਰਦੀਆਂ। ਜਗਤਾ ਆਪਣੇ ਪੁੱਤ ਲਾਲੇ ਦੀ ਉਂਗਲ ਫੜ ਕੇ ਬਾਜ਼ਾਰ ਵਿੱਚ ਜਾਂਦਾ ਹੈ, ਨਾਲੇ ਉੱਚੀ ਉੱਚੀ ਰੋਂਦਾ ਹੈ ਤੇ ਨਾਲੇ ਪੁੱਤ ਵੇਚਣ ਦਾ ਹੋਕਾ ਐਵੇਂ ਦੇ ਰਿਹਾ। ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ, ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ। ਵੇਖ ਵੇਖ ਲੱਥ ਦੀ ਨਾ ਭੁੱਖ ਹੈ।
ਵੇਖ ਵੇਖ ਲੱਥ ਦੀ ਨਾ ਭੁੱਖ ਹੈ ਓ ਪੈਸਿਆਂ ਦੀ ਲੋੜ ਮੁੱਖ ਚੋਂ ਉਚਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਸੁਣ ਸੁਣ ਲੋਕ ਹੋਵਦੇ ਹੈਰਾਨ ਹੈ ਸੁਣ ਸੁਣ ਲੋਕ ਹੋਵਦੇ ਹੈਰਾਨ ਹੈ ਪੁੱਤ ਵੇਚ ਰਿਹਾ ਕੈਸਾ ਇਨਸਾਨ ਹੈ ਪੁੱਤ ਵੇਚ ਰਿਹਾ ਕੈਸਾ ਇਨਸਾਨ ਹੈ ਓ ਲਾਏ ਕੀ ਅੰਦਾਜ਼ਾ ਵਿਚਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਭਾਵੇਂ ਵੱਡੇ ਹੋਏ ਨੇ ਸਹਾਰਾ ਦੇਣਾ ਹੈ ਭਾਵੇਂ ਵੱਡੇ ਹੋਏ ਨੇ ਸਹਾਰਾ ਦੇਣਾ ਹੈ ਗੁਰੂ ਲੇਖੇ ਲੱਗ ਜਾਵੇ ਕਾਦਾ ਮੇਣਾ ਹੈ ਗੁਰੂ ਲੇਖੇ ਲੱਗ ਜਾਵੇ ਕਾਦਾ ਮੇਣਾ ਹੈ ਓ ਵਾਰੀ ਵਾਰੀ ਮੁਖ ਜਮਦਾ ਦੁਲਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਪੁੱਤ ਬਿਨਾ ਘਰੋਂ ਮਹਿਕ ਮੁੱਕ ਜਾਂਦੀ ਹੈ ਪੁੱਤ ਬਿਨਾ ਘਰੋਂ ਮਹਿਕ ਮੁੱਕ ਜਾਂਦੀ ਹੈ ਜੱਗ ਨਾਲ ਪਈ ਸਾਂਝ ਟੁੱਟ ਜਾਂਦੀ ਹੈ ਜੱਗ ਨਾਲ ਪਈ ਸਾਂਝ ਟੁੱਟ ਜਾਂਦੀ ਹੈ ਓ ਭੀਲੇ ਬਲਬੀਰ ਕੋਲ ਕਰ ਤਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਬੱਚਾ ਮੁੱਲ ਲੈ ਲੋ ਉੱਚੀ ਵਾਜਾ ਮਾਰਦਾ ਬੱਚਾ ਮੁੱਲ ਲੈ
ਵਿੱਚ ਚਲਾ ਗਿਆ। ਸਨਮਾਨਯੋਗ ਸਾਧ ਸੰਗਤ ਜੀ, ਯਾਦ ਰੱਖਣਾ ਜਿਹੜੀ ਗਰੀਬੀ ਆ ਨਾ, ਗਰੀਬੀ ਬੰਦੇ ਤੋਂ ਚੰਗਾ ਵੀ ਬਹੁਤ ਕੁਝ ਕਰਵਾ ਕੇ ਰੱਖ ਦਿੰਦੀ ਹੈ ਤੇ ਮਾੜਾ ਵੀ ਬਹੁਤ ਕੁਝ ਕਰਵਾ ਕੇ ਰੱਖ ਦਿੰਦੀ। ਪੁੱਤ ਨੂੰ ਨਾਲ ਲੈ ਕੇ ਬਾਜ਼ਾਰ ਵਿੱਚ ਗਿਆ, ਸਾਰਾ ਦਿਨ ਰੋਂਦਾ ਰਿਹਾ, ਉੱਚੀ ਉੱਚੀ ਹੋਕਾ ਦਿੱਤਾ, ਰੋ ਰੋ ਕੇ ਆਵਾਜ਼ਾਂ ਦਿੱਤਾ, ਪਰ ਲਾਲੇ ਨੂੰ ਖਰੀਦਣ ਵਾਸਤੇ ਕੋਈ ਵੀ ਤਿਆਰ ਨਾ ਹੋਇਆ। ਸ਼ਾਮਾਂ ਦਾ ਸਮਾਂ ਤੇ ਲਾਲਾ ਆਵਾਜ਼ ਦੇ ਕੇ ਕਹਿਣ ਲੱਗਾ, ਬਾਪੂ ਇਹ ਦੁਨੀਆ ਦੇ ਲੋਕ ਤੈਨੂੰ ਸ਼ੱਕ ਦੀ ਨਜ਼ਰ ਦੇ ਨਾਲ ਵੇਖਦੇ ਆ, ਇਹਨਾਂ ਦੇ ਦਿਲ ਵਿੱਚ ਖਿਆਲ ਹੈ ਵੇਚਣ ਵਾਸਤੇ ਆਇਆ, ਖਰੇ ਕਿਸੇ ਦਾ ਚੁੱਕ ਕੇ ਲਿਆਂਦਾ ਹੋਊਗਾ। ਬਾਪੂ ਤੂੰ ਆਵਾਜ਼ਾਂ ਦਿੰਦਾ ਥੱਕ ਗਿਆਵੇਂਗਾ, ਮੈਂ ਆਵਾਜ਼ ਦੇ ਕੇ ਵੇਖਾਂ। ਜਗਤਾ ਕਹਿਣ ਲੱਗਾ, ਪੁੱਤ ਆ ਜਾ, ਤੂੰ ਆ ਕੇ ਆਵਾਜ਼ ਦੇ ਕੇ ਵੇਖ ਲੈ। ਬਾਜ਼ਾਰ ਵਿੱਚ ਚਲਾ ਗਿਆ ਲਾਲਾ, ਇੱਕ ਸੇਠ ਤੇ ਸਠਾਣੀ ਖਲੋਤੇ ਸੀ। ਛੋਟਾ ਜਿਹਾ ਬੱਚਾ ਸਠਾਣੀ ਦੇ ਨੇੜੇ ਗਿਆ ਲਾਲਾ ਤੇ ਸਠਾਣੀ ਦਾ ਹੌਲੀ ਜੀ ਕੱਪੜਾ ਖਿੱਚ ਕੇ ਆਵਾਜ਼ ਦੇ ਕੇ ਕਹਿਣ ਲੱਗਾ, ਜੀ ਮਾਂ ਜੀ, ਮੇਰਾ ਬਾਪੂ ਮੈਨੂੰ ਬਾਜ਼ਾਰ ਵਿੱਚ ਵੇਚਣ ਵਾਸਤੇ ਆਇਆ ਹੋਇਆ, ਕਿ ਤੁਸੀਂ ਮੈਨੂੰ ਖਰੀਦਣ ਵਾਸਤੇ ਤਿਆਰ ਹੋ? ਕਹਿੰਦੇ ਜਦੋਂ ਮਾਂ ਜੀ ਸ਼ਬਦ ਉਸ ਔਰਤ ਦੇ ਕੰਨਾਂ ਵਿੱਚ ਪਿਆ, ਉਹਦੀਆਂ ਧਾਹਾਂ ਨਿਕਲ ਗਈਆਂ। ਕਿਉਂ ਰੋਈ? ਇਤਿਹਾਸ ਦੇ ਪੰਨੇ ਕਹਿੰਦੇ ਵਾਹਿਗੁਰੂ ਨੇ ਇਹਨੂੰ ਅਜੇ ਤੱਕ ਨਾ ਧੀ ਤੇ ਨਾ ਪੁੱਤ ਦੀ ਦਾਤ ਦਿੱਤੀ ਹੈ, ਉਮਰ ਅੱਧਿਓਂ ਜ਼ਿਆਦਾ ਬਤੀਤ ਹੋ ਚੁੱਕੀ ਹੈ। ਇਹ ਰੋਣ ਲੱਗ ਪਈ, ਗੋਡਿਆਂ ਦੇ ਭਾਰ ਹੋ ਕੇ ਬੈਠੀ। ਲਾਲੇ ਨੂੰ ਛਾਤੀ ਦੇ ਨਾਲ ਲਾ ਕੇ ਕਹਿਣ ਲੱਗੀ, ਪੁੱਤ ਤੇਰਾ ਬਾਪੂ ਤੈਨੂੰ ਕਿਉਂ ਵੇਚਣ ਵਾਸਤੇ ਆਇਆ ਬਾਜ਼ਾਰ ਵਿੱਚ? ਕਹਿੰਦਾ ਜੀ ਗਰੀਬੀ ਤੋਂ ਤੰਗ ਆ ਕੇ। ਕਿ ਮਾਂ ਜੀ ਤੁਸੀਂ ਮੈਨੂੰ ਖਰੀਦਣ ਵਾਸਤੇ ਤਿਆਰ ਹੋ? ਕਹਿਣ ਲੱਗੀ ਹਾਂ ਪੁੱਤ, ਕਿਉਂ ਨਹੀਂ, ਸਾਨੂੰ ਪ੍ਰਮਾਤਮਾ ਨੇ ਅਜੇ ਤੱਕ ਨਾ ਧੀ ਤੇ ਨਾ ਪੁੱਤ ਦੀ ਦਾਤ ਦਿੱਤੀ ਏ, ਤੂੰ ਸਾਡਾ ਪੁੱਤ ਬਣ ਜਾ, ਜਿੰਨੇ ਪੈਸੇ ਤੇਰੇ ਬਾਪ ਨੂੰ ਚਾਹੀਦੇ ਸੀ ਤੇਰੇ ਬਾਪ ਨੂੰ ਪੈਸੇ ਦੇਣ ਵਾਸਤੇ ਤਿਆਰ ਆ। ਮੁੱਕ ਦੀ ਗੱਲ ਸੇਠ ਸਠਾਣੀ ਨੇ ਆਪਸ ਵਿੱਚ ਸਲਾਹ ਕੀਤੀ। ਸਠਾਣੀ ਕਹਿਣ ਲੱਗੀ, ਜੀ ਆਪਣੇ ਘਰ ਵਿੱਚ ਕਿਹੜਾ ਨਾ ਕੋਈ ਧੀ ਹੈ ਤੇ ਨਾ ਪੋਤੀ ਅਜੇ ਤੱਕ ਪ੍ਰਮਾਤਮਾ ਨੇ ਦਿੱਤਾ ਏ, ਆਪਾਂ ਇਸ ਬੱਚੇ ਨੂੰ ਖਰੀਦ ਲੈਨੇ ਤੇ ਜਿੰਨੇ ਵੀ ਪੈਸੇ ਦਾ ਬਾਪ ਕਹਿੰਦਾ ਆਪਾਂ ਨੂੰ ਦੇ ਦੇਣੇ। ਮੁੱਕ ਦੀ ਗੱਲ ਵਿਚਾਰ ਕੀਤੀ, ਲਾਲੇ ਨੂੰ ਖਰੀਦ ਲਿਆ, ਘਰ ਲੈ ਕੇ ਚਲੇ ਗਏ। ਜਗਤੇ ਦੇ ਹੱਥ ਵਿੱਚ ਪੈਸੇ ਆ ਗਏ, ਬਾਜ਼ਾਰ ਵਿੱਚ ਗਿਆ, ਸਨਮਾਨਯੋਗ ਸਾਧ ਸੰਗਤ ਜੀ ਲੰਗਰ ਦੀ ਰਸਤ ਲੈ ਲਈ ਤੇ ਰਸਤ ਲੈ ਕੇ ਘਰ ਵਿੱਚ ਆ ਗਿਆ। ਘਰ ਵੱਲ ਨੂੰ ਰਸਤ ਫੜਾਈ ਤੇ ਘਰ ਵਾਲ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰ ਦਿੱਤਾ। ਇੰਨੇ ਚਿਰ ਨੂੰ ਮਹਾਰਾਜ ਆ ਗਏ। ਆਸਣ ਲੱਗਾ ਹੋਇਆ ਵਿਹੜੇ ਵਿੱਚ, ਮਹਾਰਾਜ ਆਸਣ ਤੇ ਚੌਂਕੜਾ ਮਾਰ ਕੇ ਬੈਠੇ। ਜਗਤੇ ਨੇ ਥਾਲ ਵਿੱਚ ਪ੍ਰਸ਼ਾਦਾ ਪਾ ਕੇ ਸਤਿਗੁਰਾਂ ਦੇ ਅੱਗੇ ਰੱਖਿਆ ਤੇ ਮਹਾਰਾਜ ਦਾ ਸਵਾਲ ਫੇਰ ਪਹਿਲੇ ਦਿਨ ਵਾਲਾ। ਮਹਾਰਾਜ ਕਹਿਣ ਲੱਗੇ, ਜਗਤਿਆ ਅੱਜ ਨਾ ਝੂਠ ਬੋਲੀ, ਦੱਸ ਅੱਜ ਤੇਰਾ ਪੁੱਤ ਕਿੱਥੇ ਆ? ਕਹਿਣ ਲੱਗਾ, ਮਹਾਰਾਜ ਅੱਜ ਨਹੀਂ ਝੂਠ ਬੋਲਾਂਗਾ, ਸਤਿਗੁਰੂ ਆ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ, ਪਹਿਲਾਂ ਪੁੱਤ ਨੂੰ ਬਾਜ਼ਾਰ ਵਿੱਚ ਵੇਚ ਕੇ ਆਏ ਤੇ ਫੇਰ ਹੀ ਪ੍ਰਸ਼ਾਦਾ ਤਿਆਰ ਕੀਤਾ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਪ੍ਰਸ਼ਾਦਾ ਬਾਅਦ ਵਿੱਚ ਛਕਾਂਗੇ, ਚੱਲ ਪਹਿਲੋਂ ਗਰੀਬਾਂ ਦਾ ਪੁੱਤ ਬਾਜ਼ਾਰ ਵਿੱਚ ਵਾਪਸ ਲੈ ਕੇ ਆਈਏ। ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੂੰ ਗਰੀਬਾਂ ਦੇ ਯਾਰ ਆਖਿਆ ਜਾਂਦਾ। ਮਹਾਰਾਜ ਤੇ ਸੱਚਮੁੱਚ ਗਰੀਬਾਂ ਦੇ ਯਾਰ ਬਣ ਕੇ ਧਰਤੀ ਦੇ ਤਖਤੇ ਤੇ ਆਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਗਤੇ ਨੂੰ ਪਰਿਵਾਰ ਨੂੰ ਨਾਲ ਲੈ ਕੇ ਬਾਜ਼ਾਰ ਵਿੱਚ ਮਹਾਰਾਜ ਚਲੇ ਗਏ। ਸਾਹਮਣੇ ਮਹਿਲਾਂ ਵਿੱਚ ਲਾਲਾ ਖੇਡ ਰਿਹਾ ਤੇ ਮਹਾਰਾਜ ਦੀ ਨਜ਼ਰੀ ਪੈ ਗਿਆ। ਸਤਿਗੁਰੂ ਆਵਾਜ਼ ਦੇ ਕੇ ਕਹਿਣ ਲੱਗੇ, ਲਾਲਿਆ ਥੱਲੇ ਆ ਕੇ ਸਾਨੂੰ ਮਿਲ। ਤੇ ਲਾਲਾ ਦੂਰੋਂ ਹੱਥ ਖੜਾ ਕਰਕੇ ਕਹਿਣ ਲੱਗਾ, ਮਹਾਰਾਜ ਅੱਜ ਨਹੀਂ ਆਵਾਂਗਾ। ਸਤਿਗੁਰੂ ਕੱਲ ਮੈਂ ਆਜ਼ਾਦ ਸੀ, ਤੁਸੀਂ ਆਵਾਜ਼ ਮਾਰੀ, ਕੱਖਾਂ ਦੀ ਛਣ ਵਿੱਚ ਉੱਠ ਕੇ ਤੁਹਾਡੇ ਕੋਲ ਆ ਗਿਆ, ਪਰ ਸਤਿਗੁਰੂ ਮੇਰੇ ਮਾਪਿਆਂ ਨੇ ਮੈਨੂੰ ਹੁਣ ਵੇਚ ਦਿੱਤਾ ਏ। ਅੱਜ ਤੋਂ ਬਾਅਦ ਇਹ ਸੇਠ ਸਠਾਣੀ ਮੇਰੇ ਮਾਂ-ਬਾਪ ਆ, ਮੇਰਾ ਫਰਜ਼ ਬਣਦਾ ਇਹਨਾਂ ਦੀ ਆਗਿਆ ਵਿੱਚ ਰਵਾਂ। ਹੁਣ ਇਹ ਆਗਿਆ ਦੇ ਦੇਣਗੇ ਤੁਹਾਡੇ ਕੋਲ ਆ ਜਾਉਂ, ਨਹੀਂ ਤੇ ਨਹੀਂ ਆਵਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ, ਉਹ ਸੇਠ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਫਿਰ ਕਿਹੜੀ ਗੱਲ ਹੈ ਜੇ ਪ੍ਰਮਾਤਮਾ ਨੇ ਤੇਰੇ ਉੱਤੇ ਅਜੇ ਤੱਕ ਮਿਹਰ ਨਹੀਂ ਕੀਤੀ? ਆ ਲਾਲੇ ਨੂੰ ਵਾਪਸ ਕਰ ਜਾ, ਪ੍ਰਮਾਤਮਾ ਮਿਹਰ ਕਰੂਗਾ, ਤੈਨੂੰ 2 ਪੁੱਤਰਾਂ ਦੀ ਦਾਤ ਬਖਸ਼ਿਸ਼ ਕਰੂਗਾ। ਲਾਲੇ ਨੂੰ ਲੈ ਕੇ ਸੇਠ ਥੱਲੇ ਆ ਗਿਆ। ਮਹਾਰਾਜ ਨੇ ਲਾਲੇ ਨੂੰ ਚੁੱਕਿਆ ਤੇ ਛਾਤੀ ਦੇ ਨਾਲ ਲਾ ਕੇ ਕਹਿਣ ਲੱਗੇ, ਲਾਲਿਆ ਇੱਕ ਗੱਲ ਦੱਸ। ਕਹਿਣ ਲੱਗਾ, ਮਹਾਰਾਜ ਪੁੱਛੋ। ਸਤਿਗੁਰੂ ਕਹਿਣ ਲੱਗੇ, ਲਾਲਿਆ ਕੱਲ ਅੱਗ ਵਿੱਚ ਸੜ ਕੇ ਮਰ ਗਿਓ, ਅੱਜ ਬਾਜ਼ਾਰ ਵਿੱਚ ਵਿਕ ਗਿਓ, ਕਿਉਂ ਕੀਤਾ ਇਦਾਂ ਸਭ ਕੁਝ? ਲਾਲਾ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਕੱਲ ਅੱਗ ਵਿੱਚ ਸੜ ਕੇ ਮੈਂ ਤਾਂ ਮਰ ਗਿਆ ਸੀ, ਸਤਿਗੁਰੂ ਮੇਰੀ ਮਾਂ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਤੇ ਪਰ ਅੱਗ ਚੰਗੀ ਤਰ੍ਹਾਂ ਮੱਚ ਨਹੀਂ ਸੀ ਰਹੀ। ਮੇਰੇ ਦਿਲ ਵਿੱਚ ਖਿਆਲ ਆਇਆ, ਮਹਾਰਾਜ ਨੇ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਦੇ ਹੋਰ ਘਰ ਵਿੱਚ ਜਾ ਕੇ ਚਰਨ ਪਾਉਣੇ ਹੋਣੇ ਆ, ਕਿੰਨੇ ਕੁ ਲੋਕਾਂ ਦਾ ਹੋਰ ਜਾ ਕੇ ਮਹਾਰਾਜ ਨੇ ਭਲਾ ਕਰਨਾ ਹੋਣਾ ਹੈ। ਸਤਿਗੁਰੂ ਅੱਗ ਨਹੀਂ ਸੀ ਮੱਚ ਰਹੀ, ਮੈਨੂੰ ਐਉਂ ਸੀ ਮਹਾਰਾਜ ਨੂੰ ਛੇਤੀ ਹੋਣੀ ਹੈ। ਸਤਿਗੁਰੂ ਮੈਂ ਆਪਣੇ ਜਿਸਮ ਨੂੰ ਅੱਗ ਵਿੱਚ ਸੁੱਟ ਦਿੱਤਾ ਤੇ ਅੱਗ ਲਟ ਲਟ ਕਰਕੇ ਮੱਚਣ ਲੱਗ ਪਈ। ਮਹਾਰਾਜ ਕਹਿਣ ਲੱਗੇ, ਅੱਜ ਬਾਜ਼ਾਰ ਵਿੱਚ ਕਿਉਂ ਵੇਖ ਗਿਆ? ਲਾਲਾ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੇਰੇ ਮਾਪਿਆਂ ਦੀ, ਮੇਰੇ ਮਾਂ-ਬਾਪ ਦੀ ਭਾਵਨਾ ਸੀ ਕਿ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਮਹਾਰਾਜ ਘਰ ਵਿੱਚ ਰਸਤ ਨਹੀਂ ਸੀ, ਪੈਸਾ ਨਹੀਂ ਸੀ, ਤੁਹਾਡੇ ਪ੍ਰਸ਼ਾਦੇ ਦੀ ਖਾਤਰ ਮੇਰੇ ਮਾਪਿਆਂ ਨੇ ਮੈਨੂੰ ਬਾਜ਼ਾਰ ਵਿੱਚ ਵੇਚਿਆ ਤੇ ਫਿਰ ਤੁਹਾਨੂੰ ਪ੍ਰਸ਼ਾਦਾ ਛਕਾਇਆ। ਮਹਾਰਾਜ ਇਸ ਪ੍ਰਸ਼ਾਦੇ ਦੀ ਖਾਤਰ ਲੱਖਾਂ ਵਾਰੀ ਮੈਨੂੰ ਅੱਗ ਵਿੱਚ ਸੜ ਕੇ ਮਰਨਾ ਪ੍ਰਵਾਨ, ਲੱਖਾਂ ਵਾਰੀ ਬਾਜ਼ਾਰ ਵਿੱਚ ਵਿਕਣਾ ਪ੍ਰਵਾਨ। ਬਸ ਮਹਾਰਾਜ ਇਹ ਕਿਰਪਾ ਕਰ ਦਿਓ, ਤੁਹਾਡੇ ਚਰਨਾਂ ਦੇ ਨਾਲ ਮੇਰੀ ਬਾਣ ਆਵੇ।
ਮਹਾਰਾਜ ਕਹਿਣ ਲੱਗੇ ਲਾਲਿਆ ਜਗਤਿਆ ਤੇਰੇ ਪਰਿਵਾਰ ਦੀ ਸੇਵਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਪ੍ਰਵਾਨ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਮਾਰੂ ਰਾਗ ਆ ਤੇ ਮਾਰੂ ਰਾਗ ਦੇ ਚ ਮਹਾਰਾਜ ਨੇ ਆਪਣੀ ਰਸਨਾ ਤੋਂ ਫਿਰ ਸ਼ਬਦ ਵੀ ਉਚਾਰਨ ਕੀਤਾ। ਮਹਾਰਾਜ ਕਹਿੰਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ। ਇਹ ਸੀ ਮਹਾਰਾਜ ਨੇ ਕਿਵੇਂ ਗਰੀਬ ਪਰਿਵਾਰ ਦਾ ਉਧਾਰ ਕੀਤਾ। ਇੰਨੀ ਕੁ ਸੇਵਾ ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰ ਲੈਣੀ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਥੋਂ ਦੀ ਸਾਰੀ ਮੈਨੇਜਮੈਂਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਸਿੰਘਾਂ ਦੀ ਸਾਰੇ ਹੀ ਸੇਵਾਦਾਰਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਦੇ ਆ। ਬਹੁਤ ਇਕਾਗਰਤਾ ਬਣਾ ਕੇ ਬਹੁਤ ਧਿਆਨ ਦੇ ਕੇ ਤੁਸੀਂ ਇਤਿਹਾਸ ਨੂੰ ਸਰਵਣ ਕੀਤਾ ਹੈ। ਮੈਂ ਸਤਿਗੁਰੂ ਦੇ ਚਰਨਾਂ ਵਿੱਚ ਦਿਲੀ ਅਰਦਾਸ ਕਰਦਾ ਮਹਾਰਾਜ ਕਿਰਪਾ ਕਰਨ ਤੁਹਾਨੂੰ ਸਾਨੂੰ ਸਭ ਨੂੰ ਮਹਾਰਾਜ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਿਤਨੇਮ ਤੇ ਸਿਮਰਨ ਦੀਆਂ ਦਾਤਾਂ ਦੇ ਨਾਲ ਨਵਾਜਣ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਕਵੀਸ਼ਰ ਸਿੰਘ ਪਹੁੰਚ ਗਿਆ ਸਾਡੇ ਤੋਂ ਬਾਅਦ ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ। ਸਮੁੱਚੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਇਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਭਾਈ ਸਾਹਿਬ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਸਾਡੇ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਸਨ ਔਰ ਨਾਲ ਦੀ ਨਾਲ ਸਟੇਜ ਸੈਕਟਰੀ ਦੀ ਸੇਵਾ ਵੀ ਉਹ ਨਿਭਾ ਰਹੇ ਆ। ਮਹਾਰਾਜ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆ। ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਗੁਰਬਾਣੀ YouTube ਦੇ ਉੱਤੇ ਸਾਰਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਦੇਸ਼ ਵਿਦੇਸ਼ ਵਿੱਚ ਜੁੜੀ ਇਹ ਸੰਗਤ ਲਾਹਾ ਲੈ ਰਹੀ ਹੈ। ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਗੁਰੂ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਆ। ਸਨਮਾਨਯੋਗ ਸਾਧ ਸੰਗਤ ਜੀ, ਥੋੜੇ ਦਿਨ ਪਹਿਲਾਂ ਸਾਡਾ YouTube ਦੇ ਉੱਤੇ ਇੱਕ ਨਵਾਂ ਨਗਮਾ ਰਿਲੀਜ਼ ਹੋਇਆ ਹੈ ਕਿਰਦਾਰ। ਮੈਂ ਪੁੱਤਰ ਬਾਜਾਂ ਵਾਲੇ ਦਾ ਤੇ ਟਾਈਟਲ ਸਿੰਘ ਲਗਾਉਂਦਾ ਹਾਂ। ਸੋ ਸਾਰੀਆਂ ਸੰਗਤਾਂ ਉਹ ਭਾਈ ਜਰੂਰ ਸਰਵਣ ਕਰਿਓ, ਹੋਰਾਂ ਦੇ ਨਾਲ ਵੀ ਜਰੂਰ ਸਾਂਝਾ ਕਰਿਓ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜਰੂਰ ਅਸੀਸ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਕਰਦੇ ਰਹੀਏ। ਹੁਣ ਫਤਿਹ ਬੁਲਾਉਂਦਿਆਂ ਸਾਰ ਅਸੀਂ ਤੁਰ ਜਾਣ ਦੀ ਜਿਹੜੀ ਉਹ ਗਲਤੀ ਕਰਾਂਗੇ ਆਪ ਜੀ ਨੇ ਬਖਸ਼ ਦੇਣਾ, ਕਿਉਂਕਿ ਕੱਲ ਨੂੰ ਠੀਕ 10 ਵਜੇ ਦੇ ਨਾਲ ਜੰਡਿਆਲੇ ਦੇ ਨੇੜੇ ਉੱਥੇ ਜਾ ਕੇ ਅਸੀਂ ਦੀਵਾਨ ਜਿਹੜਾ ਆਰੰਭ ਕਰਨਾ 10 ਵਜੇ। ਸੋ ਸਾਰੀ ਰਾਤ ਤੁਸੀਂ ਸਫ਼ਰ ਵਿੱਚ ਹੀ ਰਹਿਣਾ ਹੈ। ਸਤਿਗੁਰੂ ਕਿਰਪਾ ਕਰਨ ਅੰਗ ਸੰਗ ਸਹਾਈ ਹੋਣ। ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਆ। ਜਿਨ੍ਹਾਂ ਅੰਮ੍ਰਿਤ ਛਕਿਆ ਉਹ ਵੱਡਿਆਂ ਭਾਗਾਂ ਵਾਲੇ ਆ, ਪਰ ਜਿਨ੍ਹਾਂ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਭਾਈ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਇਹ ਮਨਾਏ ਹੋਏ ਗੁਰਪੁਰਬ, ਮਨਾਏ ਹੋਏ ਸਮਾਗਮ, ਇਹ ਨਗਰ ਕੀਰਤਨ ਕੱਢੇ ਹੋਏ ਗੁਰੂ ਨਾਨਕ ਸਾਹਿਬ ਜੀ ਦੀ ਕਚਹਿਰੀ ਵਿੱਚ ਤਾਂ ਹੀ ਪ੍ਰਵਾਨ ਹੋਣੇ ਆ ਜਦੋਂ ਸਤਿਗੁਰੂ ਦੇ ਕਹੇ ਹੋਏ ਬਚਨਾਂ ਦੇ ਉੱਤੇ ਪਹਿਰਾ ਦੇ ਕੇ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਾਂਗੇ। ਸੋ ਸਤਿਗੁਰੂ ਕਿਰਪਾ ਕਰਨ ਭਾਈ ਜਰੂਰ ਅੰਮ੍ਰਿਤ ਛਕੀਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਧੀਆਂ ਪੁੱਤ ਬਣ ਕੇ ਜੀਵਨ ਬਤੀਤ ਕਰੀਏ। ਜਿਹੜੇ ਨੌਜਵਾਨ ਵੀਰ ਕੇਸਾਂ ਦੀ ਬੇਅਦਬੀ ਕਰਦੇ ਉਹਨਾਂ ਨੂੰ ਬੇਨਤੀ ਭਾਈ ਕੇਸਾ ਤਾਰੀ ਹੋਈਏ। ਕੇਸ ਗੁਰੂ ਕੀ ਮੋਹਰ ਹੈ। ਜੇ ਕੇਸ ਰੱਖੇ ਹੋਣਗੇ ਸਾਨੂੰ ਮੋਟਰਸਾਈਕਲਾਂ ਦੇ ਉੱਤੇ ਗੱਡੀਆਂ ਦੇ ਉੱਤੇ ਗੱਲ ਨਹੀਂ ਲਿਖਾਉਣੀ ਪੈਣੀ ਕਿ ਸਰਦਾਰਾਂ ਦੇ ਪੋਤਾ। ਅੱਜ ਸਾਨੂੰ ਕਿਉਂ ਲੋਕਾਂ ਨੂੰ ਲਿਖ ਕੇ ਦੱਸਣਾ ਪੈਂਦਾ? ਕਿਉਂਕਿ ਪਛਾਣ ਗਵਾਲੀ, ਕੇਸ ਕਤਲ ਕਰਵਾ ਲੇ। ਸੋ ਹੱਥ ਜੋੜ ਕੇ ਬੇਨਤੀ ਹੈ ਕੇਸਾ ਧਾਰੀ ਹੋਈਏ। ਜਦੋਂ ਤਿਆਰ ਬਰਤਿਆਰ ਹੋਵਾਂਗੇ, ਤੁਰੇ ਜਾਂਦੇ ਹੋਵਾਂਗੇ, ਲੋਕਾਂ ਨੇ ਆਪੇ ਸਾਡੇ ਵੱਲ ਉਂਗਲਾ ਕਰਕੇ ਕਹਿਣਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਜਾ ਰਹੇ, ਸਰਦਾਰ ਜਾ ਰਹੇ। ਸਤਿਗੁਰੂ ਕਿਰਪਾ ਕਰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਸੋ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਗਤਕਾਈ ਸਿੰਘ ਸਾਰੇ ਪਹੁੰਚੇ ਹੋਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਾਰਾ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਚਿੜੀਆਂ ਬਾਜਾਂ ਵਾਲੇ ਸਤਿਗੁਰੂ ਰੱਖ ਲੈ ਬਿੰਦ ਬਣੇ ਦੀ ਲਾਜ। ਜਿੱਤੇ ਸ਼ਹੀਦੋ ਸਿੰਘੋ ਖਾਲਸੇ ਸਿੰਘ ਸਾਹਿਬ ਦੀ ਕੋ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।